ਲੜੀਵਾਰ ਕਥਾ ਨੂੰ ਨਿਤ ਦੀ ਤਰ੍ਹਾਂ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦਵੇ ਦਿਨ ਪੁਨ ਪ੍ਰਭ ਤਾਂ ਬਿਤਾਏ, ਪ੍ਰੇਮ ਸਹਿਤ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। 2 ਦਿਨ ਫਿਰ ਇਸ ਤਰ੍ਹਾਂ ਏਮਨਾਬਾਦ ਤੋਂ ਥੋੜ੍ਹਾ ਜਿਹਾ ਪਿੱਛੋਂ, ਤਾਂ ਕੱਲ ਰਹਿ ਗਿਆ ਸੀ ਥੋੜ੍ਹਾ ਜਿਹਾ ਕਾਹਲੀ ਦੇ ਵਿੱਚ, 2 ਦਿਨ ਬਤੀਤ ਕੀਤੇ। ਇੱਥੇ ਏਮਨਾਬਾਦ ਦੇ ਲੋਕਾਂ ਨੂੰ ਇਹੀ ਕਿਹਾ ਵੀ ਸੰਤਾਂ ਦੀ ਸੇਵਾ ਕਰਿਆ ਕਰੋ, ਤੇ ਫਿਰ ਤੁਸੀਂ ਜਿਹੜਾ ਦਾਨ ਕਰਿਆ ਕਰੋ, ਜੇ ਕਿਸੇ ਦਾ ਕੋਈ ਭਲਾ ਕਰ ਸਕਦੇ ਹੋ ਇਹ ਕਰਿਆ ਕਰੋ, ਨਾਮ ਜਪਿਆ ਕਰੋ, ਤੇ ਬੁਰਾ ਨਾ ਕਿਸੇ ਦਾ ਕਰਿਆ ਕਰੋ। ਪਹਿਲਾਂ ਬੁਰਾ ਕਰਨ ਦਾ ਹੀ ਜਿਹੜਾ ਫਲ ਹੈ ਉਹ ਤੁਹਾਨੂੰ ਪ੍ਰਾਪਤ ਹੋਇਆ ਹੈ। ਇਹ ਸਾਰੇ ਹੀ ਲੋਕ ਜਿਹੜੇ ਏਮਨਾਬਾਦ ਸੈਦਪੁਰ ਦੇ ਫਿਰ ਮਹਾਰਾਜ ਜੀ ਤੋਂ ਉਪਦੇਸ਼ ਲੈ ਕਰਕੇ ਇਸ ਪ੍ਰਕਾਰ ਨਾਲ ਸਿੱਧੇ ਰਾਹ ਤੇ ਤੁਰਨ ਲੱਗ ਪਏ। ਦੁਬਾਰਾ ਹੌਲੀ ਹੌਲੀ ਆਬਾਦ ਹੋ ਗਏ। 2 ਦਿਨ ਫਿਰ ਮਹਾਰਾਜ ਜੀ ਇਹਨਾਂ ਕੋਲ ਰਹੇ। ਸਾਰੇ 3 ਦਿਨ ਮਹਾਰਾਜ ਜੀ ਨੇ ਇੱਥੇ ਏਮਨਾਬਾਦ ਦੇ ਵਿੱਚ ਵਿਚਰਨਾ ਕੀਤਾ, ਤੇ 3 ਅਸਥਾਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ। ਇੱਕ ਸ਼ਹਿਰ ਤੋਂ ਬਾਹਰ ਹੈ ਜਿਹਨੂੰ ਰੋੜੀ ਸਾਹਿਬ ਜੀ ਵੀ ਕਹਿੰਦੇ ਆ। 2 ਅਸਥਾਨ ਸ਼ਹਿਰ ਦੇ ਅੰਦਰ ਹਨ ਜਿੱਥੇ ਜਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਿਰਾਜਮਾਨ ਹੋਏ ਤੇ ਲੋਕਾਂ ਨੂੰ ਤਾਰਿਆ। ਇਸ ਤਰ੍ਹਾਂ ਫਿਰ 2 ਦਿਨ ਅਗਲੇ ਹੋਰ ਬਤੀਤ ਕਰਕੇ ਅੱਗੇ ਚੱਲ ਪਏ। ਆਖਦੇ ਆ ਗਮਨੇ ਅਬਰ ਥਾਨ ਮਨ ਭਾਏ, ਤੇ ਮਨ ਭਾਉਂਦੇ ਥਾਂ ਜਿੱਥੇ ਮਹਾਰਾਜ ਜੀ ਦੀ ਇੱਛਾ ਸੀ ਉੱਥੇ ਜਾਣ ਵਾਸਤੇ। ਜਿੱਧਰ ਨੂੰ ਮਹਾਰਾਜ ਜੀ ਦਾ ਖਿਆਲ ਹੁੰਦਾ ਉੱਧਰ ਹੀ ਜਾਂਦੇ ਹਨ। ਸੰਤਨ ਚੀਰ ਸਰੀਰਹਿ ਸਾਜਹਿ, ਤੇ ਸੰਤਾਂ ਵਾਲਾ ਜਿਹੜਾ ਲਿਬਾਸ ਹੈ ਉਹ ਸਰੀਰ ਤੇ ਧਾਰਨ ਕੀਤਾ ਪਾਇਆ ਹੋਇਆ ਹੈ। ਸੁਪੱਗ ਸਿਤਾਸਿਤ ਸ਼ਮਸ ਵਿਰਾਜਹਿ, ਚਿੱਟੀ ਤੇ ਕਾਲੀ ਦਾੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੋ ਗਈ ਹੈ। ਕੁਛ ਚਿੱਟੀ ਹੋ ਗਈ ਹੈ, ਕੁਛ ਅਜੇ ਜਿਹੜੀ ਕਾਲੀ ਹੈ, ਭਾਵ ਅੱਧ ਖੜ ਉਮਰ, ਨਾ ਪੂਰੇ ਬੁੱਢੇ ਹੋਏ ਨੇ ਨਾ ਪੂਰੇ ਜਵਾਨ ਨੇ। ਇੰਨੀ ਕੁ ਉਮਰ ਹੈ ਇਸ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। 45 ਸਾਲ ਦੇ ਨੇੜੇ, 46 ਸਾਲ ਦੇ ਨੇੜੇ ਇੰਨੀ ਕਾਰ ਜੋ ਹੈ। 3 ਲੋਕ ਕਿਉ ਕਰਤਾ ਜੋ, 3 ਲੋਕਾਂ ਦੇ ਕਰਨਹਾਰ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ। ਵੇਖ ਫਕੀਰੀ ਵਿਚਰਤ ਸੋ, ਉਹ ਫਕੀਰੀ ਵੇਸ ਦੇ ਵਿੱਚ ਵਿਚਰ ਰਹੇ ਹਨ। ਮੰਦ ਮੰਦ ਮਗ ਵਿਖੈ ਸੁਹਾਏ, ਹੌਲੀ ਹੌਲੀ ਚੱਲਦੇ ਹੋਏ ਆਪਣੀ ਮੌਜ ਦੇ ਵਿੱਚ ਏਮਨਾਬਾਦ ਤੋਂ ਸਾਹਿਬ ਜੀ ਫਿਰ ਸਸਰੇ ਨਗਰ ਨਿਕਟ ਚਲ ਆਏ। ਇਹ ਬਟਾਲੇ ਪਿੰਡ ਸ਼ਹਿਰ ਦੇ ਨੇੜੇ ਆਏ ਜਿੱਥੇ ਮਹਾਰਾਜ ਵਿਆਹੇ ਹੋਏ ਸਨ। ਵਹੀਰ ਅਜੀਤੇ ਖੂਬ ਸੁਹਾਇਆ, ਬਾਹਰ ਹੀ ਆ ਕਰਕੇ ਮਹਾਰਾਜ ਜੀ ਇੱਕ ਅਜਿੱਤਾ ਚੌਧਰੀ ਸੀ ਇੱਥੇ ਦਾ। ਅਜਿੱਤਾ ਰੰਧਾਵਾ ਉਹਦਾ ਗੋਤ ਸੀਗਾ, ਰੰਧਾਵਾ ਅਜਿੱਤਾ ਰੰਧਾਵਾ। ਜ਼ਿਮੀਂਦਾਰਾਂ ਦਾ ਗੋਤ ਹੈ ਰੰਧਾਵਾ। ਮੁਸਲਮਾਨਾਂ ਦੇ ਵਿੱਚ ਵੀ ਹੈ ਰੰਧਾਵਾ ਗੋਤ। ਇਹ ਕਈਆਂ ਦੇ ਵਿੱਚ ਹੈ, ਮੁਸਲਮਾਨ ਵੀ ਕਈ ਰੰਧਾਵੇ ਨੇ। ਇਸ ਤਰ੍ਹਾਂ ਇਹ ਜਿਹੜਾ ਬਹੁਤ ਖੇਤੀਬਾੜੀ ਯਾਦ ਕਰਦਾ ਸੀ, ਤੇ ਇਹਦੇ ਆ ਕਰਕੇ ਖੂਹ ਤੇ ਮਹਾਰਾਜ ਜੀ ਬਾਹਰ ਬੈਠੇ ਆ। ਹੋਤੀ ਸਗਨ ਸੁੰਦਰ ਤਹਿ ਛਾਇਆ, ਬਹੁਤ ਛਾਂ ਸੀ ਇਸ ਦੇ ਖੂਹ ਤੇ, ਤੂਤ ਆਦਿ ਲੱਗੇ ਹੋਏ ਸੀਗੇ। ਦੇਖ ਥਾਨ ਰਮਣੀਕ ਗੁਸਾਈ, ਸੋਹਣਾ ਥਾਂ ਸਤਿਗੁਰੂ ਸਾਹਿਬ ਜੀ ਨੇ ਦੇਖ ਕੇ ਚੋਣ ਕਰ ਲਈ ਕਿ ਇੱਥੇ ਟਿਕ ਕੇ ਬੈਠਦੇ ਆ ਕੁਝ ਸਮਾਂ। ਬੈਠ ਗਏ ਹਮ ਸੋ ਵਿਕਸਾਈ, ਫਿਰ ਬੈਠ ਕੇ ਆਸਣ ਲਾ ਕੇ ਮਹਾਰਾਜ ਨੇ ਸਾਨੂੰ ਬਚਨ ਕੀਤਾ। ਬੈਸ ਵਿਸਾਲ ਕੀਨ ਸਭ ਦੇਸ਼ਾ, ਕਹਿੰਦੇ ਬੜੀ ਸੈਰ ਆਪਾਂ ਕੀਤੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਹੋਤੀ ਨਿਦੇਸ਼ ਐਸ ਜਗਤੇਸ਼ਾ, ਕਿਉਂਕਿ ਕਰਤਾਰ ਦਾ ਹੁਕਮ ਸੀਗਾ, ਐਸਾ ਜੈਸਾ ਹੁਕਮ ਸੀ ਕਰਤਾਰ ਦਾ ਵੈਸਾ ਕੀਤਾ ਹੈ। ਕਿਤਕ ਕਾਲ ਅਬ ਬੈਸ ਬਿਤਾਵਾ, ਹੁਣ ਮਹਾਰਾਜ ਕਹਿੰਦੇ ਸਾਡੀ ਇੱਛਾ ਵੀ ਕੋਈ ਸਮਾਂ ਬੈਠ ਕੇ ਬਤੀਤ ਕਰੀਏ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਮੰਜੀ ਬੈਠ ਕੀਆ ਅਵਤਾਰਾ, ਪਹਿਨ ਸੰਸਾਰੀ ਕੱਪੜੇ ਭੇਖ ਉਦਾਸੀ ਸਕਲ ਉਤਾਰਾ। ਜਿਹੜੇ ਚੋਲੇ ਪਾਏ ਸਨ ਜਾਂ ਮਹਾਰਾਜ ਜੀ ਨੇ ਭਗਵਾਂ ਵਸਤਰ ਧਾਰਨ ਕੀਤਾ ਸੀ, ਉਹ ਜਿਹੜਾ ਉਸ ਵੇਲੇ ਤੇ ਰਵਾਇਤ ਸੀ, ਜਿਸ ਤਰ੍ਹਾਂ ਸਾਧੂ ਮਹਾਂਪੁਰਖ ਵਿਚਰਦੇ ਸਨ ਇੱਧਰ ਉੱਧਰ ਤੀਰਥਾਂ ਤੇ ਜਾਂ ਕਿਸੇ ਢੰਗ ਨਾਲ ਜਾ ਕੇ ਉਹਨਾਂ ਨੂੰ ਉਪਦੇਸ਼ ਦੇਣਾ ਸੀਗਾ, ਵਿਚਾਰ ਕਰਨੀ ਸੀ।
ਤਾਂ ਉਹ ਸਰੂਪ ਜਿਹੜਾ ਮਹਾਰਾਜ ਜੀ ਕਹਿੰਦੇ ਬਦਲ ਕੇ ਤੇ ਬੈਠ ਕਰਕੇ ਹੁਣ ਜਿਹੜਾ ਕੰਮ ਕਾਜ ਕਰੀਏ, ਇਹ ਵਿਚਾਰ ਮਹਾਰਾਜ ਜੀ ਨੇ ਕੀਤੀ ਆ। ਮਗਨ ਆਨੰਦ ਪ੍ਰਭੂ ਗੁਣ ਗਾਵਾ, ਪ੍ਰਭੂ ਦੇ ਗੁਣ ਗਾਈਏ, ਖੇਤੀਬਾੜੀ ਯਾਦ ਕਰੀਏ, ਮਹਾਰਾਜ ਜੀ ਨੇ ਵਿਚਾਰਿਆ। ਮਾਨੁਖ ਏਕ ਬਿਲੋਕਤ ਦੋਰਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਬਚਨ ਕਰ ਰਹੇ ਸੀ ਤਾਂ ਉਸ ਵੇਲੇ ਉਹਨਾਂ ਦੇ ਖੂਹ ਤੇ ਇੱਕ ਉਹਨਾਂ ਦਾ ਕਾਮਾ ਸੀਗਾ, ਸੇਰੀ ਪਾਲੀ ਸੀ ਕੋਈ ਉੱਥੇ। ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿਆਹ 'ਚ ਪਹਿਲਾਂ ਸ਼ਾਮਲ ਹੋਣਾ ਕੀਤਾ ਸੀਗਾ। ਜਦੋਂ ਮਹਾਰਾਜ ਵਿਆਹੁਣ ਇੱਥੇ ਆਏ ਸੀ ਨਾ, ਉਦੋਂ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਸੀਗੇ ਤੇ ਉਹਨੇ ਝੱਟ ਪਛਾਣ ਲਿਆ ਵੀ ਇਹ ਤਾਂ ਉਹ ਫਲਾਣਿਆਂ ਦਾ ਜਵਾਈ ਆ। ਤੇ ਇਸ ਤਰ੍ਹਾਂ ਉਹ ਦੱਸਣ ਵਾਸਤੇ ਕਹਿੰਦੇ ਉਸੇ ਵੇਲੇ ਘਰ ਨੂੰ ਭੱਜ ਲਿਆ, ਚਲਿਆ ਗਿਆ ਖੂਹ ਤੋਂ। ਸੁਧ ਕੀਨੀ ਮੂਲਾ ਜਿਸ ਠੋਰਾ। ਜਿੱਥੇ ਮੂਲ ਚੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਹੁਰਾ ਬੈਠਾ ਸੀ ਆਪਦੇ ਘਰ-ਬਾਰ ਜਾਂ ਪੰਚਾਇਤ ਦੇ ਵਿੱਚ, ਉੱਥੇ ਨਗਰ ਦੇ ਵਿੱਚ, ਕਿਉਂਕਿ ਉਹ ਵੀ ਪਟਵਾਰੀ ਸੀ। ਪਟਵਾਰੀ ਨੇ ਮੁੰਡਾ ਪਟਵਾਰੀਆਂ ਦੇ ਵਿਆਹਿਆ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਵੀ ਪਟਵਾਰੀ ਸਨ। ਥਾਣੇਦਾਰ ਦੇ ਵਿਆਹੂਗਾ, ਡੀਐਸਪੀ ਥਾਣੇਦਾਰ ਦੇ ਨਹੀਂ ਵਿਆਹੁੰਦਾ। ਉਹ ਵੀ ਕਹੂ ਵੀ ਡੀਐਸਪੀ ਦੇ ਗਾਂ ਉੱਡਾ ਹੀ ਜਿਹੜਾ ਨਾਤਾ ਹੋਵੇ। ਤਾਂ ਇਸ ਤਰ੍ਹਾਂ ਇਹ ਜਿਹੜੇ ਸਨ ਬਟਾਲੇ ਦੇ, ਇਹ ਵੀ ਜਿਹੜੇ ਪਟਵਾਰੀ ਸਨ, ਪਟਵਾਰੀ ਸਨ ਇਹ ਮੂਲ ਚੰਦ ਜੀ ਵੀ। ਇਸ ਤਰ੍ਹਾਂ ਪਟਵਾਰੀਆਂ ਦੀ ਕੁੜੀ ਸੀ ਮਾਤਾ ਸੁਲੱਖਣੀ, ਪਟਵਾਰੀਆਂ ਦੀ ਧੀ ਸੀ ਤੇ ਉਹਨਾਂ ਦੀ ਬੜੀ ਠਾਠ ਬਾਠ ਤੇ ਬੜੀ ਬਣਤ। ਤੇ ਇਸ ਤਰ੍ਹਾਂ ਨਾਲ ਉਹ ਮੂਲ ਚੰਦ ਜੀ ਹੋਣੀ, ਕਈ ਭਰਾ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਹੁਰੇ ਹੋਣੀ, ਇਹ ਕਈ ਭਰਾ ਸਨ। ਪਰ ਇਹਨਾਂ ਦੇ ਅੱਗੇ ਜਿਹੜੀ ਔਲਾਦ, ਭਰਾ, ਮੁੰਡਾ, ਉਹ ਨਹੀਂ ਹੋਇਆ, ਇਕੱਲੇ ਹੀ ਰਹਿ ਗਏ। ਉਹਨਾਂ ਨੂੰ ਜਾ ਕਰਕੇ ਜਿਹੜਾ ਦੱਸਣਾ ਕੀਤਾ ਹੈ, ਮੂਲ ਚੰਦ ਜੀ ਨੂੰ ਜਾ ਕਰਕੇ ਉਹਨੇ ਦੱਸ ਦਿੱਤਾ। ਕਿੱਥੋਂ? ਕਹਿੰਦੇ ਆ ਅਜਿੱਤੇ ਰੰਧਾਵੇ ਦੇ ਖੂਹ ਤੋਂ ਆ ਕੇ ਦੱਸ ਦਿੱਤੀ ਆ ਗੱਲ। ਵਹੀ ਜਮਾਤਾ ਆਇਓ ਤੇਰੋ। ਕਹਿੰਦੇ ਜੀ ਪਟਵਾਰੀ ਸਾਹਿਬ ਤੁਹਾਡਾ ਜਮਾਈ ਜਿਹੜਾ ਉਹ ਬਾਹਰ ਆ ਕਰਕੇ ਜਿਹੜਾ ਬੈਠਾ, ਬਈ ਉਹਨਾਂ ਦੇ ਖੂਹ ਦੇ ਉੱਪਰ ਜਿਹੜਾ ਅਜਿੱਤਾ ਰੰਧਾਵਾ ਹੈ ਚੌਧਰੀ, ਤੇ ਉਹਨਾਂ ਦੇ ਜਿਹੜਾ ਆ ਕਰਕੇ ਪੈਲੀ ਦੇ ਵਿੱਚ ਬੈਠਾ ਹੈ। ਨਿਕਸੈ ਜਹ ਭਾ ਕਾਲ ਕਨੇਰੋ। ਜਿਹਨੂੰ ਬਹੁਤ ਸਮਾਂ ਹੋ ਗਿਆ ਗਏ ਹੋਏ ਨੂੰ ਇੱਥੋਂ। ਸੁਧ ਸੁਨ ਕੇ ਤੁਰਨ ਉੱਠ ਧਾਇਓ। ਜਦੋਂ ਮੂਲ ਚੰਦ ਜੀ ਨੂੰ ਇਹ ਖਬਰ ਮਿਲੀ ਤਾਂ ਤਸ਼ਰ ਚੱਲ ਪਏ ਹਨ। ਸੰਗ ਅਜੀਤੇ ਕੋ ਲੈ ਆਇਓ। ਅਜਿੱਤੇ ਰੰਧਾਵੇ ਨੂੰ ਵੀ ਨਾਲ ਲੈ ਕੇ ਆ ਗਏ ਮਹਾਰਾਜ ਜੀ ਨੂੰ ਮਿਲਣ ਵਾਸਤੇ ਕਿ ਜਾ ਕੇ ਦੇਖਾਂ ਕਬ ਕੋ ਰਹਿਓ ਕ੍ਰੋਧ ਉਰ ਪੂਰੀ। ਹੁਣ ਮੂਲ ਚੰਦ ਸਹੁਰਾ ਸੀ ਜਿਹੜਾ ਮਹਾਰਾਜ ਦਾ, ਤੇ ਇਹਦੇ ਬੜਾ ਗੁੱਸਾ ਸੀ ਮਨ ਦੇ ਵਿੱਚ, ਕਿਉਂਕਿ ਜਿਵੇਂ ਕੋਈ ਕਹੇ ਵੀ ਵਿਆਹ ਕਰਾ ਲਿਆ ਘਰ ਹੀ ਨਹੀਂ ਵੜਦਾ, ਉਹ ਕਹਿੰਦੇ ਘਰ ਹੀ ਨਹੀਂ ਵੜਦੇ। ਤਾਂ ਇਸ ਤਰ੍ਹਾਂ ਨਾਲ ਉਹਨਾਂ ਨੇ ਜਿਹੜੀ ਪਰਿਵਾਰਕ ਬਿਰਤੀ ਦੇ ਦੁਆਰਾ ਇਸ ਗੱਲ ਨੂੰ ਸਮਾਜਿਕ ਬਿਰਤੀ ਦੇ ਵਿੱਚ ਲੈ ਕੇ, ਨਾ ਉਹਨਾਂ ਨੇ ਪਹਿਲਾਂ ਕੋਈ ਮਹਾਰਾਜ ਦਾ ਉੱਚਾ ਧਰਮ ਦੇਖਿਆ, ਨਾ ਗਿਆਨ ਦੇਖਿਆ, ਨਾ ਕਰਮ ਦੇਖਿਆ, ਨਾ ਬਿਰਤੀ ਦੇਖੀ ਵੀ ਅਸੀਂ ਗੱਲ ਕਿਹਦੇ ਨਾਲ ਕਰਦੇ ਹਾਂ। ਪਰ ਉਹਨਾਂ ਨੇ ਇੱਕ ਹੀ ਜਿਹੜਾ ਪੱਖ ਲੈ ਕਰਕੇ ਪਰਿਵਾਰਕ ਸਮੱਸਿਆ, ਤਾਂ ਪਰਿਵਾਰਕ ਸਮੱਸਿਆ ਤਾਂ ਹੁਣ ਕਰਮਾਂ ਅਨੁਸਾਰ ਹਰ ਇੱਕ ਕੋਈ ਅਵਤਾਰ ਆਏ। ਕਿੰਨੇ ਗੁਰੂ ਗੋਬਿੰਦ ਸਿੰਘ ਦੇ ਕਿਹੜਾ ਪਰਿਵਾਰਕ ਸਮੱਸਿਆ ਨਹੀਂ ਸੀ? ਸਾਡੇ ਤਾਂ ਉਨੀਆਂ ਆਉਣੀਆਂ ਵੀ ਨਹੀਂ। ਉਹਨਾਂ ਦੇ ਬੱਚਿਆਂ ਤੱਕ ਨੂੰ ਨੀਹਾਂ 'ਚ ਚਿਣਤਾ, ਪਰਿਵਾਰ ਨੂੰ ਛੱਡਿਆ ਹੀ ਨਹੀਂ। ਇਸ ਤਰ੍ਹਾਂ ਐਂ ਤਾਂ ਫਿਰ ਉਹ ਛੱਡ ਕੇ ਹੀ ਭੱਜ ਜਾਂਦੇ ਬਈ ਇਹ ਤਾਂ ਜਿਹੜਾ ਬਹੁਤ ਔਖਾ ਹੈ। ਤਾਂ ਇਹਨਾਂ ਨੇ ਪਰਿਵਾਰਕ ਮਸਲੇ ਨੂੰ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਗੁੱਸਾ ਕੀਤਾ। ਮਨ ਦੇ ਵਿੱਚ ਮੂਲ ਚੰਦ ਨੇ ਗੁੱਸਾ ਰੱਖਿਆ ਹੋਇਆ ਸੀਗਾ। ਵੇਖ ਫਕੀਰੀ ਦੇਖਿਓ ਦੂਰੀ। ਦੂਰੋਂ ਹੀ ਇਹਨੇ ਫਕੀਰੀ ਭੇਸ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੇਖਿਆ, ਅਦਕ ਕ੍ਰੋਧ ਹਿਰਦੇ ਮਹਿ ਹੋਵਾ। ਗੁੱਸਾ ਹੋਰ ਵੱਧ ਗਿਆ। ਉਹਨੇ ਤਾਂ ਸੋਚਿਆ ਹੋਣਾ ਵੀ ਇੰਨੇ ਸਾਲਾਂ ਬਾਅਦ ਆਇਆ, ਕੋਈ ਕੋਟ ਪੈਂਟ ਪਾਇਆ ਹੋਊ, ਕੋਈ ਚੱਜ ਨਾਲ ਆਇਆ ਹੋਊਗਾ, ਤੇ ਉਹ ਉਵੇਂ ਹੀ ਫਕੀਰਾਂ ਦੀ ਗੋਦੜੀ ਪਾ ਕੇ ਤੇ ਉਹਦਾ ਦੇਖਣ ਸਾਰ ਉਸ ਵੇਲੇ ਜਿਹੜਾ ਗੁੱਸਾ ਹੋਰ ਭੜਕ ਗਿਆ। ਮੂਲ ਚੰਦ ਜੀ ਹੋਰ ਗੁੱਸੇ ਦੇ ਵਿੱਚ ਆ ਗਏ। ਗੁੱਸਾ ਤਾਂ ਪਹਿਲਾਂ ਹੀ ਸੀ, ਪਰ ਸੋਚਦੇ ਆਉਂਦੇ ਸੀ ਵੀ ਚੱਜ ਨਾਲ ਆਏ ਹੋਣਗੇ, ਨਾਲ ਬੜਾ ਕੁਝ ਲਿਆਏ ਹੋਣਗੇ, ਹੁਣ ਆਪਦੇ ਪਰਿਵਾਰ ਨੂੰ ਸੰਭਾਲਣਗੇ।
ਵੀ ਜਿਹੜਾ ਬਾਹਰ ਰੁਕ ਗਏ ਵੀ ਪਤਾ ਨਹੀਂ ਕਿੰਨਾ ਕੁ ਸਮਾਨ ਹੋਊ ਨਾਲ ਊਠਾਂ ਖੋਤਿਆਂ ਤੇ ਲੱਦਿਆ ਹੋਇਆ ਵੀ ਇੰਨੇ ਸਾਲਾਂ ਦੇ ਗਏ ਆ। ਤੇ ਉਹ ਜਦੋਂ ਆ ਕਰਕੇ ਉਹਨੇ ਦੇਖਿਆ ਨਾ ਕੋਈ ਊਠ ਨਾ ਕੋਈ ਖੋਤਾ ਨਾ ਚੱਜ ਦੇ ਕੱਪੜੇ, ਉਵੇਂ ਹੀ ਫਕੀਰੀ ਵੇਸ, ਉਵੇਂ ਹੀ ਜਿੱਧਰ ਨੂੰ ਪੱਲਾ ਜਾਂਦਾ ਜਿਵੇਂ। ਤੇ ਇਸ ਤਰ੍ਹਾਂ ਗੁੱਸਾ ਵੱਧ ਗਿਆ ਉਸਦਾ ਮਹਾਰਾਜ ਜੀ ਨੂੰ ਦੇਖ ਕਰਕੇ। ਜਿਉ ਸਮੀਪ ਖਾਂਡ ਹੋਵੇ ਜੁਵਾ, ਮਹਾਰਾਜ ਜੀ ਨੂੰ ਨੇੜੇ ਜਾ ਕਰਕੇ ਕੋਲ ਹੋ ਕਰਕੇ ਦੇਖਿਆ ਵੀ ਉਹੀ ਹੈ। ਬਹੁ ਕਠੋਰ ਮੁਖ ਬਚਨ ਅਲਾਵਾ, ਫਿਰ ਕੌੜੇ ਬੋਲ ਬੋਲਣ ਦੀ ਬਰਸਾਤ ਸ਼ੁਰੂ ਕਰ ਦਿੱਤੀ ਸੱਚੇ ਪਾਤਸ਼ਾਹ ਜੀ ਦੇ ਉੱਪਰ। ਕਠੋਰ ਵਚਨ ਬੋਲਣੇ ਜਿਹੜੇ ਸਹੁਰੇ ਨੇ ਉਹ ਸ਼ੁਰੂ ਕਰ ਦਿੱਤੇ ਹਨ। ਛਾਤੀ ਦਾਹ ਕਰਨ ਤੁਮ ਆਵਾ, ਪਹਿਲਾਂ ਤਾਂ ਇਹ ਬੋਲਿਆ ਵੀ ਹੁਣ ਤੂੰ ਆਇਆ ਕਿਉਂ ਹੈ, ਇਸ ਢੰਗ ਦੇ ਵਿੱਚ ਤੂੰ ਆਉਣਾ ਹੀ ਨਹੀਂ ਸੀ, ਤੂੰ ਤਾਂ ਸਾਡੀ ਛਾਤੀ ਸਾੜਨ ਵਾਸਤੇ ਆਇਆ ਹੈ, ਸਾਨੂੰ ਦੁੱਖ ਦੇਣ ਵਾਸਤੇ ਆਇਆ। ਜਦੋਂ ਆ ਲਿਬਾਸ ਦੇਖਿਆ ਮਹਾਰਾਜ ਦਾ ਵੀ ਉਵੇਂ ਹੀ ਚੋਲਾ ਪਾਇਆ ਹੋਇਆ, ਫਕੀਰੀ ਰੰਗ ਢੰਗ, ਤੇ ਕਿੱਥੇ ਪਟਵਾਰੀ ਤੇ ਕਿੱਥੇ ਇਹ ਫਕੀਰੀ ਰੰਗ ਢੰਗ। ਪਰ ਮਹਾਰਾਜ ਤਾਂ ਪਾਤਸ਼ਾਹ ਨੇ, ਪਰ ਉਹਨੂੰ ਉਹਨਾਂ ਦੀ ਪਾਤਸ਼ਾਹਤ ਦਾ ਪਤਾ ਨਹੀਂ ਨਾ ਲੱਗਦਾ। ਪਾਤਸ਼ਾਹਤ ਦਾ ਬੀਬੀ ਨਾਨਕੀ ਨੂੰ ਪਤਾ ਲੱਗਾ ਸੀ ਜਦੋਂ ਕਹਿੰਦੇ ਸੀ ਬੇਈ 'ਚ ਡੁੱਬ ਗਏ, ਕਹਿੰਦੇ ਉਹ ਡੁੱਬਦੇ ਨਹੀਂ, ਉਹ ਤਾਰਨ ਵਾਲੇ ਆ। ਉਹਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਪਾਤਸ਼ਾਹਤ ਦਾ। ਪਰ ਇਹ ਹੌਲੀ ਹੌਲੀ ਫਿਰ ਪਤਾ ਲੱਗਦਾ, ਇਹਨਾਂ ਨੂੰ ਪਤਾ ਹੀ ਨਹੀਂ ਲੱਗਾ। ਇਸ ਕਰਕੇ ਮਹਾਰਾਜ ਜੀ ਨੂੰ ਕਠੋਰ ਵਚਨ ਜਿਹੜੇ ਬੋਲ ਰਹੇ ਹਨ। ਵਿਖੇ ਸਹੋਦਰ ਜਬ ਇਸ ਚਾਲਾ, ਫਿਰ ਮੂਲ ਚੰਦ ਨੇ ਇਹ ਵੀ ਆਖਿਆ ਕਿ ਮੇਰੇ ਭਰਾ ਜਿਹੜੇ ਹਨ ਜਦੋਂ ਤੈਨੂੰ ਇਸ ਹਾਲ ਦੇ ਵਿੱਚ ਦੇਖਣਗੇ, ਪੀੜਾ ਵਿਆਪੈ ਮੁਝੇ ਵਿਸਾਲਾ, ਤੇ ਫਿਰ ਸੁਭਾਵਿਕ ਗੱਲ ਹੈ ਵੀ ਮੇਰੀ ਤਾਂ ਹਿੱਠੀ ਹੋਊਗੀ। ਤੂੰ ਸੰਤ ਹੈ, ਬਹੁਤ ਵੱਡਾ ਹੋਵੇਗਾ ਸੰਤ, ਪਰ ਮੇਰੇ ਨੰਬਰ ਤਾਂ ਘਟ ਗਏ ਇਸ ਗੱਲ ਦੇ ਵਿੱਚ। ਜਦੋਂ ਮੇਰਾ ਕੋੜਮਾ ਸਾਰਾ ਦੇਖੂ ਤੇ ਉਸ ਵੇਲੇ ਜਿਹੜਾ ਇਹ ਮੈਨੂੰ ਜਿਹੜੀ ਧੌਣ ਨੀਵੀਂ ਕਰਨੀ ਪਊਗੀ। ਤੈਨੂੰ ਤਾਂ ਕੋਈ ਪਰਵਾਹ ਨਹੀਂ, ਪਰ ਇਹ ਮੇਰਾ ਮਨ ਬਹੁਤ ਦੁਖੇਗਾ। ਨਾਨਕ ਤੂੰ ਆਉਣਾ ਹੀ ਨਹੀਂ ਸੀ, ਤੇ ਜੇ ਤੂੰ ਆਇਆ ਤਾਂ ਕਿਸੇ ਢੰਗ ਦੇ ਵਿੱਚ ਆਉਂਦਾ। ਢੰਗ ਵੀ ਕੋਈ ਨਹੀਂ ਤੇਰਾ, ਰੂਪ ਨਹੀਂ ਕਿਛ ਰੰਗ ਨਹੀਂ ਕਿਛ ਢੰਗ ਨਾ ਮੇਰਾ। ਤੇ ਉਹ ਕੰਮ ਤੋਂ ਕਰਕੇ ਇਸ ਤਰ੍ਹਾਂ ਜਿਹੜਾ ਸਹੁਰਾ ਮੂਲ ਚੰਦ ਮਹਾਰਾਜ ਜੀ ਨੂੰ ਜਿਹੜਾ ਕਹਿ ਰਿਹਾ, ਬੜਾ ਦੁੱਖ ਹੋਵੇਗਾ ਜਦੋਂ ਇਸ ਤਰ੍ਹਾਂ ਤੈਨੂੰ ਦੇਖਣਗੇ ਮੇਰੇ ਭਰਾ ਆਦ। ਨਿਜ ਇਸਤਰੀ ਤਜ ਕਰ ਸੂਤ ਦੋ, ਫੇਰ ਤੋਂ ਆਪਣੀ ਪਤਨੀ ਤੇ ਆਪਣੇ ਪੁੱਤਰਾਂ ਨੂੰ ਤਿਆਗ ਕੇ ਨਹੀਂ ਆਏ ਸੁਧਲੀਨੀ ਕੋ, ਕਦੇ ਆ ਕੇ ਖਬਰ ਹੀ ਨਹੀਂ ਲਈ ਉਹਨਾਂ ਦੀ ਵੀ ਕਿੱਥੇ ਮੇਰੀ ਘਰ ਵਾਲੀ ਹੈ, ਕਿੱਥੇ ਮੇਰੇ ਬੱਚੇ ਹਨ। ਦੋਹਰਾ ਸ੍ਰੀ ਚੰਦ ਜੈ ਰਾਮ ਕਰ ਕੀਨੇ ਆਨੰਦ ਵਿਲਾਸ। ਇਹ ਮੂਲ ਚੰਦ ਜੀ ਉਹ ਬੋਲ ਰਹੇ ਆ, ਕਹਿੰਦੇ ਜੈ ਰਾਮ ਦੇ ਘਰ ਨਾ ਭਾਵ ਆਪਦੀ ਭੂਆ ਦੇ ਕੋਲ ਬੱਚਿਆਂ ਨੇ ਕੋਈ ਸਮਾਂ ਆਨੰਦ ਨਾਲ ਕੱਟਿਆ। ਸ੍ਰੀ ਚੰਦ ਜੀ ਵੱਡੇ ਸਨ ਨਾ, ਤੇ ਸ੍ਰੀ ਚੰਦ ਜੀ ਹੁਣ ਜਵਾਨ ਹੋ ਗਏ ਸਨ। ਤੇ ਸ੍ਰੀ ਚੰਦ ਜੀ ਨੇ ਕਹਿੰਦੇ ਆਪਣੀ ਭੂਆ ਦੇ ਕੋਲ, ਬੀਬੀ ਨਾਨਕੀ ਦੇ ਕੋਲ, ਉਹਨਾਂ ਦੇ ਘਰੋਂ ਭਾਈਆ ਜੀ ਦਾ ਨਾਮ ਜੈ ਰਾਮ ਜੀ ਸੀ, ਜਿਹੜੇ ਮੋਦੀ ਦੀ ਕਾਰ ਉੱਥੇ ਗੁਰੂ ਸਾਹਿਬ ਜੀ ਨੂੰ ਲਾਇਆ, ਤੇ ਆਪ ਵੀ ਉਹ ਮਾਲ ਵਡਾਉਣ 'ਚ ਵੱਡੇ ਅਫਸਰ ਸਨ ਜਿਹੜੇ ਭਾਈਆ ਜੈ ਰਾਮ ਜੀ ਸਨ। ਤਾਂ ਕਹਿੰਦੇ ਉਹਨਾਂ ਦੇ ਕੋਲ ਸ੍ਰੀ ਚੰਦ ਨੇ ਪਰਿਵਾਰ ਨੇ ਰਹਿ ਕੇ ਜਿਹੜਾ ਸੁੱਖ ਲੈਣਾ ਕੀਤਾ ਤੇਰੀ ਗੈਰ ਹਾਜ਼ਰੀ ਦੇ ਵਿੱਚ। ਜਬ ਕੋ ਤਿਨ ਪਰਲੋਕ ਪਾ ਆਇਓ ਮੋਰ ਆਵਾਸ, ਤੇ ਫਿਰ ਸਮੇਂ ਦੇ ਨਾਲ ਉਹਨਾਂ ਦਾ ਵੀ ਪਰਲੋਕ ਹੋ ਗਿਆ, ਭੂਆ ਵੀ ਮਰ ਗਈ, ਫੁੱਫੜ ਵੀ ਮਰ ਗਿਆ। ਤੇ ਜਦੋਂ ਮਰ ਗਏ, ਚੜ੍ਹਾਈ ਕਰ ਗਏ, ਤੇ ਉਦੋਂ ਦਾ ਜਿਹੜਾ ਨਾਨਕ ਤੇਰੇ ਜਾਣ ਤੋਂ ਬਾਅਦ ਪਰਿਵਾਰ ਹੈ ਜਿਹੜਾ, ਤੇ ਪਹਿਲਾਂ ਭੂਆ ਕੋਲ ਕਹਿੰਦੇ, ਤੇ ਫਿਰ ਹੁਣ ਨਾਨਕੇ ਬੈਠਾ ਹੈ ਪਰਿਵਾਰ। ਬਥੇਰਿਆਂ ਦੇ ਜਾ ਕੇ ਨਾਨਕੇ ਬਹਿ ਜਾਂਦੇ ਆ ਪਰਿਵਾਰ, ਮੁੜ ਕੇ ਆਏ ਦਿਨ ਪੰਚਾਇਤ ਲੈ ਜਾਓ ਜੀ, ਲੈ ਆਏ ਜੀ, ਚਲੋ ਜੀ ਤੀਜੇ ਦਿਨ ਫੇਰ ਆ ਗਿਆ ਪਊਆ ਪੀ ਕੇ, ਫੇਰ ਚਲੋ ਜੀ ਨਾਨਕੇ ਚਲੇ ਗਏ। ਫੇਰ ਕਹਿੰਦਾ ਜੀ ਪੰਚਾਇਤ ਲੈ ਗਏ, ਚਲੋ ਜੀ ਜਾ ਕੇ ਹੱਥ ਜੋੜੇ ਜੀ, ਹੁਣ ਨਹੀਂ ਕਰਦਾ। ਆ ਘਰੋਂ ਘਰ ਆਹੀ ਹਾਲ, ਉਹ ਫੇਰ ਦੂਜੇ ਕੁ ਦਿਨ ਉਹੀ ਹਾਲ, ਚਲੋ ਜੀ ਨਾਨਕੇ ਚਲੇ ਗਏ। ਹੁਣ ਨਾਨਕੇ ਵੀ ਕਿੰਨਾ ਕੁ ਚਿਰ ਸਾਂਭਣਗੇ, ਕਿੰਨੇ ਕੁ ਖਰਚੇ ਨਾਨਕੇ ਦੇਣਗੇ। ਤੇ ਨਾਨਕਿਆਂ ਦਾ ਰੋਸ ਫਿਰ ਹੁੰਦਾ ਹੀ ਹੈ ਜਦੋਂ ਇਸ ਤਰ੍ਹਾਂ ਹੋ ਜਾਂਦਾ, ਪਰਿਵਾਰਾਂ ਦੇ ਵਿੱਚ ਫ੍ਰੈਕਚਰਡ ਆ ਜਾਂਦਾ ਹੈ, ਟੁੱਟ ਜਾਂਦੇ ਨੇ ਪਰਿਵਾਰ। ਤਾਂ ਫਿਰ ਨਾਨਕਿਆਂ ਨੇ ਤਾਂ ਆਪਦੇ ਦ੍ਰਿਸ਼ਟੀਕੋਣ ਤੋਂ ਕਹਿਣਾ ਹੈ। ਸੋ ਉਸੇ ਦ੍ਰਿਸ਼ਟੀਕੋਣ ਤੋਂ ਜਿਹੜਾ ਸਹੁਰਾ ਆਪਦੇ ਭਾਵ ਤੋਂ
ਸਤਿਗੁਰੂ ਸਾਹਿਬ ਜੀ ਨੂੰ ਕਹਿ ਰਿਹਾ, ਸੁਣਾ ਰਿਹਾ ਅਗਲੀਆਂ ਪਿਛਲੀਆਂ, ਕਿਉਂ ਪਰਿਵਾਰ ਨੂੰ ਸਾਂਭਣਾ ਪਿਆ, ਬੱਚਿਆਂ ਨੂੰ ਸਾਂਭਣਾ ਪਿਆ। ਉਹ ਬੱਚਿਆਂ ਨੂੰ ਸਾਂਭਣ ਦੇ ਕਾਰਨ ਤੇ ਉਹਨਾਂ ਨੂੰ ਜਿਹੜਾ ਹੁਣ ਸਾਂਭਣਾ ਕਿਹੜਾ ਸੌਖਾ ਹੁੰਦਾ, ਭਾਵੇਂ ਕੋਈ ਨਾ ਕਹੇ, ਭੂਆ ਨਾ ਕਹੇ, ਨਾਨਕੇ ਨਾ ਕਹਿਣ, ਪਰ ਸਾਂਭਣਾ ਸੰਭਾਉਣਾ, ਰੋਜ਼ ਖਰਚੇ ਕਰਨੇ ਤੇ ਰੋਜ਼ ਪਰਿਵਾਰ ਨੂੰ ਰੱਖਣਾ, ਤੇ ਉਹ ਬਹੁਤ ਔਖਾ ਹੁੰਦਾ ਹੈ। ਇਸ ਤਰ੍ਹਾਂ ਫਿਰ ਕੁੜੀਆਂ ਨੂੰ ਅਗਲਾ ਘਰੇ ਹੀ ਰੱਖ ਲਵੇ, ਪਰ ਘਰੇ ਕੋਈ ਨਹੀਂ ਰੱਖ ਸਕਦਾ, ਤੋਰਨੀਆਂ ਪੈਂਦੀਆਂ। ਪਰ ਇਸ ਤਰ੍ਹਾਂ ਦੇ ਜਦੋਂ ਕਾਰਨ ਕਿੱਸੇ ਹੋ ਜਾਂਦੇ ਆ ਤਾਂ ਫਿਰ ਭਾਈ ਉਹਨਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈ। ਤਾਂ ਉਸੇ ਦ੍ਰਿਸ਼ਟੀ ਭਾਵ ਤੋਂ ਮੂਲ ਚੰਦ ਜੀ ਕਹਿ ਰਹੇ ਹਨ, ਜਦੋਂ ਦੇ ਭੂਆ ਫੁੱਫੜ ਇਹਨਾਂ ਦੇ ਗੁਜ਼ਰ ਗਏ, ਉਹਨਾਂ ਦੇ ਬੈਠਿਆਂ ਵੀ ਸਾਨੂੰ ਕੋਈ ਚਿੰਤਾ ਨਹੀਂ ਸੀ, ਵੀ ਜਵਾਕ ਉੱਥੇ ਰਹਿੰਦੇ ਸਨ ਤੇ ਸੁੱਖ ਨਾਲ, ਸਾਨੂੰ ਕੋਈ ਹਾਂ ਟੈਂ ਨਹੀਂ ਸੀ। ਪਰ ਜਦੋਂ ਦੇ ਹੁਣ ਉਹ ਵੀ ਚੱਲ ਵਸੇ ਤੇ ਸਾਰਾ ਕੰਮ ਝਮੇਲਾ ਸਾਡੇ ਸਿਰ ਤੇ ਆ ਪਿਆ। ਤੇ ਫਿਰ ਇੱਕ ਇਹ ਜਵਾਕਾਂ ਦਾ ਮਾਮਾ ਹੈ ਨਹੀਂ ਕੋਈ, ਜੇ ਮਾਮਾ ਹੋਵੇ ਸਾਂਭ ਲਵੇ। ਉਹ ਮੂਲ ਚੰਦ ਹੁਣ ਬੁੱਢਾ ਹੋ ਗਿਆ, ਸਹੁਰਾ ਸਤਿਗੁਰੂ ਸਾਹਿਬ ਜੀ ਦਾ, ਬੱਚੇ ਜਵਾਨ ਹੋ ਗਏ ਸਤਿਗੁਰੂ ਸਾਹਿਬ ਜੀ ਦੇ, ਤੇ ਇਸ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਇਹ ਜਿਹੜੇ ਤਾਨੇ ਮਿਹਣੇ ਨੇ ਉਹ ਦੇ ਰਿਹਾ ਹੈ, ਬੋਲ ਰਿਹਾ ਹੈ। ਚੌਪਈ ਸਭ ਕੀ ਮੈਂ ਪ੍ਰਤਪਾਲਨ ਕੀਨੀ। ਕਹਿੰਦਾ ਸਾਰਿਆਂ ਦੀ ਪ੍ਰਤਪਾਲਣਾ ਮੈਂ ਹੀ ਕੀਤੀ ਹੈ, ਮੈਂ ਹੀ ਸਾਰਿਆਂ ਨੂੰ ਪਾਲਣਾ ਕੀਤਾ ਹੈ। ਨਹੀਂ ਆਏ ਇਨ ਕਬ ਸੁਧ ਕੀਨੀ। ਕਦੇ ਆ ਕਰਕੇ ਵੀ ਇਹਨੇ ਖਬਰ ਨਹੀਂ ਲਈ ਆਪਣੇ ਬੱਚਿਆਂ ਦੀ, ਆਪਣੀ ਪਤਨੀ ਦੀ, ਕਿਸੇ ਪ੍ਰਕਾਰ ਨਾ ਕੋਈ ਖਰਚਾ ਭੇਜਿਆ। ਦੋਨੋਂ ਤੋ ਫਕੀਰ ਜੈਸੇ। ਜੇ ਇਸ ਪ੍ਰਕਾਰ ਨਾਲ ਹੀ ਇਹਨੇ ਫਕੀਰ ਹੋ ਜਾਣਾ ਸੀ, ਫਕੀਰ ਹੋ ਕਰਕੇ ਵਿਚਰਨਾ ਸੀਗਾ ਇੱਧਰ ਉੱਧਰ ਤੀਰਥ ਸਥਾਨਾਂ ਤੇ। ਨਿਜ ਪਰਿਵਾਰ ਸਹਿਰਿਓ ਕੈਸੇ। ਤੇ ਫਿਰ ਪਰਿਵਾਰ ਨੂੰ ਜਿਹੜਾ ਇਹ ਵਿਆਹ ਕਰਾਉਣ ਦਾ ਕੀ ਮਤਲਬ ਸੀ। ਸ੍ਰੀ ਨਾਨਕ ਸੁਣਤੇ ਸਭ ਰਹੇ। ਗੁਰੂ ਨਾਨਕ ਦੇਵ ਜੀ ਸੁਣਦੇ ਰਹੇ ਉਹਦੀਆਂ ਗੱਲਾਂ ਸਾਰੀਆਂ, ਜਿਵੇਂ ਬੋਲੀ ਗਿਆ ਹੈ। ਕੋ ਆਖ ਨਾ ਮੁਕਤੇ ਕਹੇ। ਕੋਈ ਵਚਨ ਨਹੀਂ ਮਹਾਰਾਜ ਜੀ ਨੇ ਆਪਣੇ ਮੂੰਹ ਤੋਂ ਆਖਿਆ। ਤਬਹਿ ਜੀਤੇ ਨੇ ਸਮਝਾਇਓ। ਸਮਝਾਇਓ ਉਸ ਵੇਲੇ ਜਿੱਤੇ ਰੰਧਾਵੇ ਦੇ ਕੋਲ, ਜਿੱਤਾ ਰੰਧਾਵਾ ਉਹਦੀ ਪੈਲੀ 'ਚ ਬੈਠੇ ਨਾ ਮਹਾਰਾਜ, ਅਜਿੱਤੇ ਰੰਧਾਵੇ ਨੇ ਮੂਲ ਚੰਦ ਨੂੰ ਸਮਝਾਇਆ, ਮਹਾਰਾਜ ਦੇ ਸਹੁਰੇ ਨੂੰ ਸਮਝਾਉਣਾ ਕੀਤਾ ਕਿ ਐ ਨਹੀਂ ਬੋਲੀਦਾ, ਤੈਨੂੰ ਇਹਨਾਂ ਬਾਰੇ ਪਤਾ ਨਹੀਂ ਹੈ। ਉਹ ਕਹਿੰਦਾ ਨਹੀਂ ਮੈਨੂੰ ਸਾਰਾ ਹੀ ਪਤਾ, ਅਸੀਂ ਉਹ ਕੁੜੀ ਦਿੱਤੀ ਆ, ਸਾਰਾ ਹੀ ਪਤਾ। ਕਹਿੰਦੇ ਫਿਰ ਪਤਾ ਸੀ ਤਾਂ ਪਹਿਲਾਂ ਕੁੜੀ ਹੋਈ ਨਾ ਦਿੰਦੇ, ਜੇ ਇੰਨਾ ਹੀ ਰੋਜ਼ ਤੁਸੀਂ ਗਿੱਲਾ ਪੀਣ ਪਾਉਣਾ ਸੀ, ਇੰਨੀਆਂ ਗੱਲਾਂ ਕਰਨੀਆਂ ਸੀ। ਅਜਿੱਤੇ ਨੇ ਫਿਰ ਮਹਾਰਾਜ ਜੀ ਦੇ ਸਹੁਰੇ ਨੂੰ ਸਮਝਾਉਣਾ ਕੀਤਾ। ਕਹਿਨ ਕਠੋਰ ਨਾ ਤੂੰ ਮਨ ਆਇਓ। ਕਠੋਰ ਬੋਲ ਨਾ ਬੋਲੋ, ਇਹ ਸਾਡੇ ਜ਼ਮੀਨ ਦੇ ਵਿੱਚ ਇੱਥੇ ਬੈਠੇ ਆ, ਇਹ ਵੀ ਇਹਨਾਂ ਦੀ ਹੋਈ ਹੈ। ਇੱਥੇ ਜਿਹੜਾ ਤੁਸੀਂ ਮੂਲ ਚੰਦ ਜੀ ਕਿਸੇ ਪ੍ਰਕਾਰ ਵੀ ਇਹਨਾਂ ਨੂੰ ਕਠੋਰ ਬਚਨ ਨਾ ਆਖੋ। ਇਸ ਗ੍ਰੰਥ ਕਹੇ ਨਿਜ ਸਦਨ ਸਦਾਇਓ। ਇਸ ਤਰ੍ਹਾਂ ਹਟਾ ਦਿੱਤਾ ਤੇ ਇਸ ਤਰ੍ਹਾਂ ਨਾ ਮੂਲ ਚੰਦ ਆ ਗਿਆ ਘਰ ਦੇ ਵਿੱਚ ਖਿਜਿਆ ਹੋਇਆ, ਮੁੜ ਕਰਕੇ ਆ ਗਿਆ ਹੈ। ਬਹੁ ਉਤਮ ਭੋਜਨ ਬਣਵਾਇਆ। ਕਈ ਤਰ੍ਹਾਂ ਦਾ ਭੋਜਨ ਤਿਆਰ ਕਰਵਾਇਆ ਉਸ ਵੇਲੇ। ਆ ਕਰਕੇ ਮਹਾਰਾਜ ਜੀ ਦੇ ਸਹੁਰੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਖਾਣ ਵਾਸਤੇ ਚਾਰ ਚੀਰ ਲੈ ਕਰ ਨਿਜ ਹੱਥ। ਸੋਹਣੇ ਕੱਪੜੇ ਜਿਹੜੇ ਸਨ ਉਹ ਮਹਾਰਾਜ ਜੀ ਦੇ ਪਾਉਣ ਵਾਸਤੇ ਜਿਹੜੇ ਉਸ ਵੇਲੇ ਛਾਂਟ ਕੇ ਚੱਕ ਲਏ ਹਨ। ਗਮਨਿਓ ਬਹੁ ਨਿਕਟ ਜਗਨਾਥਾ। ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਚੱਲ ਕਰਕੇ ਇੱਕ ਦੋ ਨੌਕਰਾਂ ਨੂੰ ਨਾਲ ਲੈ ਕੇ ਸਮਾਨ ਚੁਕਾ ਕੇ ਆ ਗਿਆ। ਰਿਸ ਸੋ ਜਰਤ ਜਾਸ ਕੀ ਛਾਤੀ। ਈਰਖਾ ਜਿਹੜੀ ਮਨ ਦੇ ਵਿੱਚ ਗੁੱਸਾ ਬਹੁਤ ਹੈ, ਗੁੱਸੇ ਦੇ ਨਾਲ ਛਾਤੀ ਜਿਹੜੀ ਸੜ ਰਹੀ ਹੈ ਮੂਲ ਚੰਦ ਦੀ, ਕ੍ਰੋਧ ਬਹੁਤ ਹੈ ਮਨ ਦੇ ਵਿੱਚ। ਇਸ ਕਰਕੇ ਵਾਰ-ਵਾਰ ਉਹਦਾ ਕੋਈ ਪੇਸ਼ ਨਹੀਂ ਜਾਂਦੀ, ਕੋਈ ਵਸ ਨਹੀਂ ਚੱਲਦਾ। ਨਹੀਂ ਕਰਨ ਨੂੰ ਤਾਂ ਕੀ ਕਰੇ, ਡਾਂਗ ਵੀ ਮਾਰ ਦਵੇ ਮਹਾਰਾਜ ਦੇ, ਪਰ ਐ ਆਪਦੇ ਆਪ ਨੂੰ ਵਾਰ-ਵਾਰ ਜਿਹੜਾ ਨਾ ਰੋਕਦਾ ਹੈ, ਪਰ ਬੜਾ ਹੀ ਗੁੱਸੇ ਦੇ ਵਿੱਚ ਹੈ। ਵਿਰਕਤ ਰੀਤ ਹਿਰਦੇ ਨਾ ਸੁਹਾਤੀ। ਕਿਉਂਕਿ ਮਹਾਰਾਜ ਜੀ ਦੀ ਵਿਰਕਤੀ ਵਾਲਾ ਜਿਹੜਾ ਇਹ ਤਰੀਕਾ ਹੈ ਨਾ,
ਇਹ ਤਿਆਗ ਵਰਤੀ ਉਹਨੂੰ ਚੰਗੀ ਨਹੀਂ ਲੱਗਦੀ ਹੈ। ਭੋਜਨ ਧਰ ਕੇ ਗਿਰਾ ਅਲਾਈ, ਭੋਜਨ ਲਿਆ ਕੇ ਮਹਾਰਾਜ ਜੀ ਦੇ ਅੱਗੇ ਰੱਖ ਦਿੱਤਾ ਤੇ ਇਸ ਤਰ੍ਹਾਂ ਨਾਲ ਬੋਲਿਆ, ਖਾਵੋ ਤੂੰ ਨਿਤ ਕੋ ਦੁਖਦਾਈ। ਤੂੰ ਸਾਨੂੰ ਨਿਤ ਦਾ ਦੁਖਦਾਈ ਹੈ, ਨਿਤ ਹੀ ਤੇਰੇ ਕੋਲ ਸਾਨੂੰ ਦੁੱਖ ਪ੍ਰਾਪਤ ਹੁੰਦਾ ਹੈ। ਦੋਹਰਾ ਬੇਖ ਫਕੀਰੀ ਤਜੋ ਅਬ ਪਹਿਰੋ ਬਸਮ ਜੇ ਚਾਰ। ਤੇ ਇਹ ਹੁਣ ਤੂੰ ਭੋਜਨ ਹੈ ਨਾ ਜਿਹੜੇ ਖਾਲਾ ਨਾਲੇ ਆ ਨਾਲ ਦਿਆਂ ਸੰਗੀਆਂ ਨੂੰ ਖਵਾ ਦੇ ਆ, ਜਿਹੜੇ ਸੋਹਣੇ ਕੱਪੜੇ ਪਾ ਲਾ। ਇਹ ਜਿਹੜੇ ਕੱਪੜੇ ਹਨ ਨਾ ਪਾਏ ਹੋਏ ਤੁਸੀਂ, ਕਹਿਣ ਲੱਗਾ ਇਹ ਉਤਾਰ ਦਿਓ, ਇਹ ਨਹੀਂ ਤੁਹਾਡੇ ਪਾਉਣ ਦੇ ਯੋਗ ਨਹੀਂ ਹਨ, ਇਹ ਘਰਾਂ ਦੇ ਵਿੱਚ ਨਹੀਂ ਇਸ ਤਰ੍ਹਾਂ ਕੱਪੜੇ ਪਾਏ ਜਾਂਦੇ, ਇਹ ਤੁਸੀਂ ਉਤਾਰ ਦਿਓ ਤੇ ਆਹ ਭੋਜਨ ਖਾਓ, ਆਹ ਕੱਪੜੇ ਪਾਓ ਸੋਹਣੇ। ਹਮਰੇ ਸੋਦਰ ਬੰਦ ਜੇ ਤਿਨ ਮਹਿ ਨਹਿ ਕਰ ਖਵਾਰ। ਜਿਹੜੇ ਸਾਡੇ ਸਹੋਦਰ ਭਰਾ ਨੇ ਨਾ, ਹੋਰ ਸਾਡੇ ਰਿਸ਼ਤੇਦਾਰ ਨੇ, ਉਹਨਾਂ ਦੇ ਵਿੱਚ ਕਹਿੰਦਾ ਸਾਨੂੰ ਖਵਾਰ ਨਾ ਕਰ, ਸਾਡੀ ਬੇਇੱਜ਼ਤੀ ਨਾ ਕਰਵਾ। ਚੌਪਈ ਪਹਿਰੇ ਚੀਰ ਨਾ ਭੋਜਨ ਖਾਈ। ਮਹਾਰਾਜ ਜੀ ਨੇ ਨਾ ਕੱਪੜੇ ਪਹਿਨੇ, ਨਾ ਉਹਦਾ ਭੋਜਨ ਖਾਧਾ, ਨਾ ਖਾਧਾ ਤੇ ਨਾ ਪਹਿਨਿਆ ਹੈ। ਸ੍ਰੀ ਪ੍ਰਭ ਮੁਕਤੇ ਬੋਲਤ ਨਹੀਂ। ਵਚਨ ਵੀ ਨਹੀਂ ਕੀਤਾ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸ੍ਰੀ ਚੰਦ ਤਬ ਲਖਮੀ ਦਾਸਾ। ਇਹਨੇ ਚਿਰ ਨੂੰ ਸ੍ਰੀ ਚੰਦ ਲਖਮੀ ਦਾਸ ਜੀ ਜਿਹੜੇ ਮਹਾਰਾਜ ਜੀ ਦੇ ਪੁੱਤਰ ਹਨ, ਬੰਧਨ ਕੀਨ ਆਨ ਪਿਤ ਪਾਸਾ। ਆ ਕਰਕੇ ਉਹਨਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਮਿਲੇ ਹਨ। ਬੈਠਿਓ ਪਹਿਰ ਬਤੀਤਿਓ ਜਬ ਹੀ। ਇਸ ਤਰ੍ਹਾਂ ਬੈਠਿਆਂ ਬੈਠਿਆਂ 3-4 ਘੰਟੇ ਬਤੀਤ ਹੋ ਗਏ, ਸਮਾਂ ਲੰਘ ਗਿਆ। ਪੈਰਿਓ ਖਾਇਓ ਨਹਿ ਕਿਛ ਤਬਹੀ। ਨਾ ਕੁਝ ਖਾਧਾ ਤੇ ਨਾ ਕੁਝ ਪਾਇਆ, ਉਹਦੀਆਂ ਚੀਜ਼ਾਂ ਨੂੰ ਮਹਾਰਾਜ ਜੀ ਨੇ ਹੱਥ ਵੀ ਨਹੀਂ ਲਾਇਆ ਹੈ। ਬਸ ਨਾ ਵਸਾਵੈ ਹੈ ਰਿਸਿਓ ਬਸਾਲਾ। ਬਸ ਕੋਈ ਚੱਲਦਾ ਨਹੀਂ ਮੂਲ ਚੰਦ ਦਾ, ਤੇ ਗੁੱਸਾ ਬਹੁਤ ਹੈ ਉਹਦੇ ਮਨ ਦੇ ਵਿੱਚ। ਆਖਦੇ ਹਨ, ਉੱਠ ਆਇਓ ਮੂਲਾ ਤਹਿ ਕਾਲਾ। ਉਸ ਵੇਲੇ ਗੁੱਸੇ 'ਚ ਭਰਾ ਪੀਤਾ ਉੱਠ ਕੇ ਹੀ ਆ ਗਿਆ ਮਹਾਰਾਜ ਜੀ ਦੇ ਕੋਲੋਂ। ਸ੍ਰੀ ਪ੍ਰਭ ਰਹੇ ਬਿਰਾਜਤ ਜਾਹੀ। ਮਹਾਰਾਜ ਜੀ ਖੂਹ ਤੇ ਹੀ ਉੱਥੇ ਬਿਰਾਜਮਾਨ ਰਹੇ ਹਨ। ਜਿਨ ਕੇ ਦੇਖਣ ਦੋਖ ਨਸਾਹੀ। ਇਹਨਾਂ ਨੂੰ ਦੇਖਣ ਨਾਲ ਦੋਖ ਨਾਸ਼ ਹੋ ਜਾਂਦੇ ਆ। ਜੇ ਮਹਿਮਾ ਜਾਣੈ ਗੁਰ ਕੇਰੀ। ਜਿਹੜੇ ਗੁਰੂ ਦੀ ਮਹਿਮਾ ਨੂੰ ਜਾਣਦੇ ਪਛਾਣਦੇ ਹਨ, ਸੇ ਆਵੈ ਤੈ ਦਰਸ਼ਨ ਹੇਰੀ। ਉਹ ਉੱਥੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਆ। ਬੰਧਨ ਕਰਹਿ ਜਨਮ ਫਲ ਪਾਵੈ। ਉਹ ਆਪਦੇ ਜਨਮ ਦਾ ਫਲ ਮਹਾਰਾਜ ਨੂੰ ਨਮਸਕਾਰ ਕਰਕੇ ਪਾ ਲੈਂਦੇ ਹਨ। ਰਹਿ ਨਿਕਟ ਪੁਨ ਸਦਨ ਸਦਾਵੈ। ਕਈ ਕੋਲ ਰਹਿੰਦੇ ਆ ਮਹਾਰਾਜ ਦੇ, ਕਈ 1-2 ਦਿਨ ਰਹਿ ਕੇ ਚਲੇ ਜਾਂਦੇ ਆ। ਕੋ ਆਵੈ ਕੋ ਕਰਹਿ ਪਿਆਨਾ। ਕੋਈ ਆਉਂਦਾ ਤੇ ਕੋਈ ਜਾਂਦਾ, ਤੇ ਇਸ ਤਰ੍ਹਾਂ ਅਜਿੱਤੇ ਰੰਧਾਵੇ ਦੇ ਪੈਲੀ ਦੇ ਵਿੱਚ ਬੜਾ ਇਕੱਠ ਵੱਠ ਰਹਿਣ ਲੱਗ ਪਿਆ। ਹੁਣ ਲੋਕ ਜਿਹੜੇ ਸੀ ਆਉਣ ਨਾਲ ਫਸਲ ਵੀ ਉਹਦੀ ਵਿੱਧੀ ਗਈ, ਪਰ ਉਹਨੇ ਕੋਈ ਮਨ ਤੇ ਗੱਲ ਨਹੀਂ ਲਿਆਂਦੀ। ਕਹਿੰਦਾ ਮੈਂ ਤਾਂ ਮਹਾਰਾਜ ਨੂੰ ਦੇਤੀ ਸਾਰੀ ਧਰਮਸ਼ਾਲਾ ਬਣਾ ਦਿਓ। ਇਸ ਤਰ੍ਹਾਂ ਜਿੱਤੇ ਰੰਧਾਵੇ ਨੇ ਜਿਹੜਾ ਵਚਨ ਕੀਤਾ, ਹੁਣ ਸਤਿਗੁਰੂ ਸਾਹਿਬ ਜੀ ਉੱਥੇ ਬੈਠੇ ਹਨ। ਭੀਰ ਭੂਰ ਹੋਈ ਤਹਿ ਥਾਨਾ। ਬਹੁਤ ਸਾਰਾ ਇਕੱਠ ਵੱਠ ਮਹਾਰਾਜ ਜੀ ਕੋਲ ਹੁੰਦਾ ਹੈ, ਦਰਸ਼ਨ ਕਰਨ ਦੇ ਅਭਲਾਖੀ ਆਉਂਦੇ ਆ। ਲੈ ਉਪਦੇਸ਼ ਸਿੱਖ ਕੋ ਹੋਵੇ ਹੈ। ਕਈ ਆ ਕਰਕੇ ਸਿੱਖ ਹੋ ਜਾਂਦੇ ਆ, ਉਪਦੇਸ਼ ਸਿੱਖਿਆ ਲੈ ਕੇ ਗੁਰਮੰਤਰ। ਸਿਮਰੇ ਨਾਮ ਸਕਲ ਅਗ ਕੋਵੈ। ਨਾਮ ਸਿਮਰ ਕੇ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਉਹਨਾਂ ਦਾ। ਇੱਕ ਤੇ ਦੂਸਰ ਮਹਿਮਾ ਸੁਣ ਕੇ। ਫਿਰ ਦੂਜੇ ਨੂੰ ਜਾ ਕੇ ਦੱਸਦੇ ਆ, ਤੀਜੇ ਨੂੰ ਦੱਸਦੇ ਆ, ਇਸ ਤਰ੍ਹਾਂ ਆਉਂਦੇ ਆ। ਆਏ ਪਰਹਿ ਚਰਨਨ ਗੁਰ ਗੁਰ ਗੁਣ ਕੈ। ਗੁਰੂ ਵਿਚਾਰ ਕੇ ਮਹਾਰਾਜ ਨੂੰ ਤੇ ਗੁਣੀ ਵਿਚਾਰ ਕੇ ਆ ਕੇ ਚਰਨਾਂ ਤੇ ਮੱਥੇ ਟੇਕਦੇ ਹਨ। ਕਿਤਕ ਕਾਮਨਾ ਧਰ ਕਰ ਸੇਵੈ। ਕਈ ਕਾਮਨਾ ਧਾਰਨ ਕਰਕੇ ਮਹਾਰਾਜ ਦੀ ਸੇਵਾ ਕਰਦੇ ਆ, ਸਾਡਾ ਆਹ ਹੋ ਜਵੇ, ਸਾਡਾ ਆਹ ਹੋ ਜਵੇ। ਜੋ ਛੇ ਬਿਨ ਸੰਸੈ ਲੇਵੈ। ਤੇ ਜੋ ਉਹਨਾਂ ਦੀ ਇੱਛਾ ਹੁੰਦੀ ਆ ਬਿਨਾਂ ਸੰਸਿਆਂ ਤੋਂ ਪੂਰੀ ਹੋ ਜਾਂਦੀ ਹੈ। ਨਿਰਮਲ ਮਨ ਕਰਨੇ ਕੇ ਹਿਤਾ। ਕਈ ਜਿਹੜੇ ਮਹਾਰਾਜ ਜੀ ਨੂੰ ਰਾਹਦੇ ਆ ਮਨ ਨਿਰਮਲ ਕਰਨ ਵਾਸਤੇ, ਮਨ ਨੂੰ ਨਿਰਮਲ ਹੋਰ ਨਹੀਂ ਕੁਛ ਮੰਗਦੇ, ਕਹਿੰਦੇ ਮਨ ਨਿਰਮਲ ਹੋ ਜਾਵੇ ਸਾਡਾ। ਰਹਿ ਕਿਤਕ ਟਿਗ ਪ੍ਰੀਤ ਸਮੇਤਾ। ਉਹ ਪ੍ਰੀਤੀ ਦੇ ਨਾਲ ਨੇੜੇ ਰਹਿ ਕੇ ਦਰਸ਼ਨ ਤੇ ਸੇਵਾ ਕਰਦੇ ਹਨ। ਸਤ ਸੰਗਤ ਹੋਣ ਬਹੁ ਲਾਗੀ। ਸੱਚ ਦੀ ਸੰਗਤ ਹੋਣ ਲੱਗੀ ਮਹਾਰਾਜ ਜੀ ਦੇ ਕੋਲ। ਕਰਹਿ ਕੀਰਤਨ ਸ਼ਰਧਾ ਜਾਗੀ। ਕੀਰਤਨ ਕਰਦੇ ਆ, ਕਿਉਂਕਿ ਕੀਰਤਨ ਨਾਲ ਕਹਿੰਦੇ ਸ਼ਰਧਾ ਜਾਗਦੀ ਹੈ, ਸ਼ਰਧਾ ਜਗਾਉਂਦੇ ਆ। ਦਰਸ਼ਨ ਕੇ ਪ੍ਰਤਾਪ ਵਿਸਾਲਾ। ਕਿਉਂਕਿ ਕਥਾ ਕੀਰਤਨ ਸ਼ਰਧਾ ਜਗਾਉਣ ਵਾਸਤੇ ਆ। ਜੇ ਇਹਨੂੰ ਕਰਕੇ ਵੀ ਆਪਾਂ ਈਰਖਾ ਤੇ ਪੁੱਠੇ ਕੰਮ ਤੇ ਫੇਰ ਇਹਦਾ ਕੀਤੇ ਕਰਵਾਏ ਦਾ ਕੀ ਫਾਇਦਾ। ਜੇ ਇਹਨੂੰ ਫਿਰ ਸੁਣ ਕੇ ਵੀ ਆਪਾਂ ਈਰਖਾ ਹੀ ਰੱਖੀ, ਫਿਰ ਆਪਣਾ ਕੀ ਫਾਇਦਾ ਹੋਇਆ ਇਹਨੂੰ ਕਰਨ ਦਾ। ਫਿਰ ਸੰਸਾਰੀਆਂ 'ਚ ਤੇ ਆਪਣੇ 'ਚ ਕੀ ਫਰਕ ਹੋਇਆ। ਇਸ ਤਰ੍ਹਾਂ ਕਹਿੰਦੇ ਕਥਾ ਕੀਰਤਨ ਨਾਲ ਸ਼ਰਧਾ ਪੈਦਾ ਕਰਦੇ ਆ।
ਕਥਾ ਕੀਰਤਨ ਸ਼ਰਧਾ ਪੈਦਾ ਕਰਦਾ ਹੈ, ਇਸ ਕਰਕੇ ਇਹਦੀ ਲੋੜ ਹੈ। ਦਰਸ਼ਨ ਕਰਦੇ ਆ ਮਹਾਰਾਜ ਜੀ ਦੇ। ਕਿਉ ਨਾ ਚਲਹਿ ਨੀਕੀ ਨਰ ਚਲ, ਜਿਹਦੇ ਦਰਸ਼ਨਾਂ ਦਾ ਹੀ ਵੱਡਾ ਪ੍ਰਤਾਪ ਫਲ ਸੁਖ ਹੈ, ਤੇ ਉਹਦੇ ਭਾਈ ਬਚਨਾਂ ਤੋਂ ਕਿਉਂ ਨਹੀਂ ਸਿੱਧੇ ਰਾਹ ਤੇ ਚੱਲਣਗੇ। ਬਥੇਰੇ ਲਾਭ ਲੈਂਦੇ ਆ ਕੇ ਪ੍ਰਾਪਤ ਕਰਦੇ ਹਨ। ਦੋਹਰਾ ਤੋ ਨਗਰ ਕੋ ਚੌਧਰੀ, ਨਾਮ ਅਜੀਤਾ ਜਾਹੇ। ਅਜਿੱਤਾ ਰੰਧਾਵਾ ਜਿਹੜਾ ਨਗਰ ਦਾ ਚੌਧਰੀ ਹੈ, ਬਟਾਲੇ ਦਾ ਰਾਜਾ ਹੈ, ਮੰਨ ਲਓ। ਮਹਿਮਾ ਪ੍ਰਭ ਅਵਲੋਕ ਕੈ, ਸਮਝੋ ਨਿਜ ਮਨ ਮਾਹੇ। ਉਹਨੇ ਮਹਾਰਾਜ ਜੀ ਦੀ ਵੱਡੀ ਮਹਿਮਾ ਨੂੰ ਪਛਾਣਨਾ ਕੀਤਾ, ਤੇ ਇਸ ਤਰ੍ਹਾਂ ਨਾਲ ਮਨ ਦੇ ਵਿੱਚ ਵਿਚਾਰ ਕਰਕੇ ਚੌਪਈ ਜੈ ਸੋਹਿਤ ਬੇਦੀ ਕੁਲਦੀਪ। ਸਤਿਗੁਰੂ ਸਾਹਿਬ ਜੀ ਜਿੱਥੇ ਬਿਰਾਜਮਾਨ ਨੇ ਉਸ ਦੇ ਖੇਤ ਦੇ ਵਿੱਚ ਗਮਨਿਓ ਤਿਨ ਕੇ ਤਬੈ ਸਮੀਪਾ। ਚੱਲ ਕਰਕੇ ਆਇਆ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ। ਹਵੇ ਕਰ ਦੀਨ ਪ੍ਰੇਮ ਉਰ ਭਰ ਕੇ, ਪ੍ਰੇਮ ਨਾਲ ਭਰ ਕੇ ਨਿਮਰਤਾ ਦੇ ਨਾਲ ਆ ਕੇ ਰਹਿਓ ਚਰਨ ਕਵਲਨ ਸਿਰ ਧਰ ਕੇ। ਚਰਨਾ ਕਮਲਾਂ ਤੇ ਸਿਰ ਧਰ ਕੇ ਰਿਹਾ, ਆ ਕੇ ਮੱਥਾ ਟੇਕਿਆ। ਬਹੁਰ ਨਾ ਉਪਰ ਸੀਸ ਉਠਾਵਾ, ਫੇਰ ਕਿਸੇ ਪ੍ਰਕਾਰ ਸਿਰ ਉਤਾਹਾਂ ਨਹੀਂ ਸੀ ਚੱਕਿਆ। ਸ੍ਰੀ ਨਾਨਕ ਜੀ ਕਛ ਨਾ ਅਲਾਵਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕੁਛ ਵੀ ਨਹੀਂ ਬੋਲੇ ਹਨ। ਬੈਠ ਰਹੇ ਤੂਸ਼ਨ ਕੋ ਧਾਰੀ, ਚੁੱਪ ਕਰਕੇ ਬੈਠੇ ਰਹੇ ਮਹਾਰਾਜ ਸੱਚੇ ਪਾਤਸ਼ਾਹ। ਜੋ ਨਿਜ ਸੇਵਕ ਮੋਖ ਉਦਾਰੀ, ਜਿਹੜੇ ਆਪਦੇ ਸੇਵਕਾਂ ਨੂੰ ਮੁਕਤੀ ਦਾ ਦਾਨ ਦੇਣ ਵਾਲੇ ਆ। ਨਹੀਂ ਅਜੀਤੇ ਸੀਚ ਉਚਾਇਓ, ਅਜੇ ਤਾਂ ਡਿੱਗਿਆ ਰਿਹਾ ਸਿਰ ਸਿੱਟ ਕੇ, ਤਾਂ ਸਿਰ ਨਹੀਂ ਚੱਕਿਆ ਹੈ। ਇਸ ਪ੍ਰਕਾਰ ਇੱਕ ਜਾਮ ਬਿਤਾਇਓ। ਜਾਮ ਨਾਮ 3 ਘੰਟੇ ਦੇ ਸਮੇਂ ਦਾ, 3 ਘੰਟੇ ਇਸ ਤਰ੍ਹਾਂ ਹੀ ਸਿਰ ਸਿੱਟ ਕੇ ਪਿਆ ਰਿਹਾ। ਕਿਰਪਾ ਦ੍ਰਿਸ਼ਟ ਕੋ ਦੇਖ ਗੁਸਾਈ, ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਜਿੱਤੇ ਵੱਲ ਦੇਖਿਆ। ਮਿਰਦੁਲ ਮਧੁਰ ਮੁਖ ਗਿਰਾ ਹਲਾਈ, ਮਿੱਠੇ ਬੋਲ ਗਿਆਨ ਦੇ ਭਰੇ ਹੋਏ ਸਾਹਿਬ ਜੀ ਨੇ ਅਜਿੱਤੇ ਰੰਧਾਵੇ ਨੂੰ ਆਖੇ। ਅਬ ਉਠੀਏ ਕਰਤਾਰ ਪਿਆਰੇ, ਉੱਠ ਬਈ ਕਰਤਾਰ ਦੇ ਆ ਪਿਆਰਿਆ, ਇਹ ਬਚਨ ਆਖਿਆ। ਆਪਨ ਮਨੋਰਥ ਕਰੋ ਵਿਚਾਰੇ, ਜਿਹੜਾ ਤੇਰਾ ਮਨੋਰਥ ਹੈ ਉਹ ਦੱਸ ਦੇ ਸਾਨੂੰ ਉਚਾਰਨ ਕਰਕੇ। ਨਿਜ ਹਾਥਨ ਸੋ ਤਬ ਜਗ ਨਾ। ਜਗਨਾਥਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਉਸ ਵੇਲੇ ਆਪਦੇ ਹੱਥਾਂ ਦੇ ਨਾਲ ਬੈਠਾਰਿਓ ਉਠਾਏ ਤਹਿ ਮਾਤਾ। ਮੱਥੇ ਤੋਂ ਚੱਕ ਕਰਕੇ ਉਠਾ ਕੇ ਬਿਠਾਇਆ ਜਿੱਤੇ ਨੂੰ। ਜਾਂ ਹਾਥ ਜੋੜ ਕੇ ਬੇਨਤੀ ਪਾਖੀ, ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ ਜਿੱਤੇ ਰੰਧਾਵੇ ਨੇ। ਰਾਵਰ ਹੋ ਸਭ ਘਟ ਕੇ ਸਾਖੀ, ਮਹਾਰਾਜ ਤੁਸੀਂ ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੋ। ਤੁਮ ਸਭ ਜਾਣੋ ਅੰਤਰ ਜਾਮੀ, ਅੰਤਰਜਾਮੀ ਹੋ ਤੁਸੀਂ, ਅੰਦਰ ਬਾਹਰ ਵਸਦੇ ਹੋ। ਕਿਉ ਬਨ ਹੈ ਮਮ ਕਹਿਨੇ ਸੁਆਮੀ। ਮਹਾਰਾਜ ਮੈਂ ਕਿਵੇਂ ਕਹਾਂ ਆਪ ਜੀ ਦੇ ਕੋਲ, ਕੀ ਕਹਾਂ ਆਪ ਜੀ ਦੇ ਕੋਲ। ਜੋ ਨਹਿ ਜਾਣੈ ਤਾਹਿ ਅਗਾਰੀ, ਜਿਹੜਾ ਸੱਚੇ ਪਾਤਸ਼ਾਹ ਨਾ ਜਾਣਦਾ ਹੋਵੇ ਉਸ ਦੇ ਅੱਗੇ ਜਾ ਕੇ ਕਰੇ ਆਪਣੀ ਬਿਰਥਾ ਉਚਾਰੀ। ਆਪਦੀ ਬਿਰਥਾ ਨਾਮ ਕੇ ਹਾਲਤ ਪੀੜਾ ਕਹੀ ਜਾਂਦੀ ਹੈ। ਬਿਰਥਾ ਨਾਮ ਹਾਲਤ ਦਾ, ਪੀੜਾ ਦਾ। ਜਿਹੜਾ ਨਾ ਜਾਣਦਾ ਹੋਵੇ ਉੱਥੇ ਜਾ ਕੇ ਕਹੀ ਜਾਂਦੀ ਹੈ। ਸਰਵਗਨ ਟਿਕ ਧੂਸ਼ਣ ਨੀਕੀ, ਜਿਹੜੇ ਸਰਵੱਗ ਹੁੰਦੇ ਆ ਅੰਤਰਜਾਮੀ ਪਹੁੰਚੇ ਹੋਏ, ਉਹਨਾਂ ਕੋਲ ਚੁੱਪ ਹੀ ਕਰਨਾ ਚੰਗਾ ਹੁੰਦਾ। ਕਰਹਿ ਦਲੇਰੀ ਭਾਵਤ ਨੀਕੀ ਜੀ ਕੀ, ਕਰ ਹੈ ਭਲੇਰੀ ਭਾਵਤ ਜੀ ਕੀ। ਕਿਉਂਕਿ ਜਿਹੜੇ ਅੰਤਰਜਾਮੀ ਹੁੰਦੇ ਆ ਉਹ ਚੰਗਾ ਹੀ ਕਰਦੇ ਆ, ਤੇ ਚੰਗੀ ਮਨ ਨੂੰ ਲੱਗਣ ਵਾਲੀ ਗੱਲ ਕਰਦੇ ਹਨ। ਸੰਤ ਪ੍ਰਸਿੱਧੇ ਹਿਰਦੇ ਗੁਸਾਈ, ਇਸ ਕਰਕੇ ਮਹਾਰਾਜ ਆਪ ਚੰਗੀ ਹੋਈ ਕਰੋਗੇ, ਭਲੀ ਹੋਈ ਕਰੋਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਸੁਣੀ, ਬੜੇ ਪ੍ਰਸੰਨ ਹੋਏ। ਕਰਨ ਕਿਰਤਾਰਥ ਗਿਰਾ ਅਲਾਈ, ਅਜਿੱਤੇ ਰੰਧਾਵੇ ਨੂੰ ਤਾਰਨ ਵਾਸਤੇ ਮਹਾਰਾਜ ਜੀ ਨੇ ਵਚਨ ਕੀਤਾ। ਬੰਧਨ ਕਰ ਕਰਤਾਰ ਅਗਾਰੀ, ਮਹਾਰਾਜ ਕਹਿੰਦੇ ਕਰਤਾਰ ਅੱਗੇ ਬੰਧਨ ਕਰਿਆ ਕਰ, ਅਕਾਲ ਪੁਰਖ ਅੱਗੇ ਮੱਥਾ ਟੇਕਿਆ ਕਰ। ਪੂਜੇ ਮਨ ਕਾਮਨਾ ਤੁਮਾਰੀ, ਤੇਰੇ ਮਨ ਦੀ ਕਾਮਨਾ ਸਾਰੀ ਪੂਰੀ ਹੋ ਜਾਣੀ ਹੈ। ਸੁਣ ਕੇ ਬਹੁਰ ਚਰਨ ਲਪਟਾਇਓ, ਸੁਣ ਕੇ ਉਸਨੇ ਫੇਰ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਚਰਨਾਂ ਤੇ। ਜਦੋਂ ਮਹਾਰਾਜ ਜੀ ਨੂੰ ਚਰਨਾਂ ਤੇ ਨਮਸਕਾਰ ਕੀਤੀ ਹੈ, ਤਤ ਚਿਨ ਗਿਆਨ ਹਿਰਦੈ ਹੋਇ ਆਇਓ। ਇਸ ਤਰ੍ਹਾਂ ਤਤ ਸ਼ਰ ਹਿਰਦੇ ਦੇ ਵਿੱਚ ਗਿਆਨ ਹੋ ਗਿਆ ਜਿੱਤੇ ਰੰਧਾਵੇ ਦੇ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਨਾਲ ਸਕਲ ਸਖਤ ਵਿਸਾਲ ਭਈ ਸਭ ਭਗਤੀ। ਇੱਕ ਵਾਰੀ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ, ਸ਼ਕਤੀਆਂ ਸਾਰੀਆਂ ਉਹਨੂੰ ਦੇ ਦਿੱਤੀਆਂ। ਸਾਰਾ ਗਿਆਨ ਉਸੇ ਵੇਲੇ ਸ਼ਕਤ ਵਿਸਾਲ ਭਈ ਸਭ ਭੰਤੀ। ਸਾਰੇ ਪ੍ਰਕਾਰ ਦੀਆਂ ਜਿਹੜੀਆਂ ਸ਼ਕਤੀਆਂ ਸੀ
ਰਿੱਧੀਆਂ ਸਿੱਧੀਆਂ ਉਹ ਜਿੱਤੇ ਨੂੰ ਦੇ ਦਿੱਤੀਆਂ। ਪਾਈ ਇੱਕ ਵਾਰ ਜਨ ਖਾਤੀ, ਮਾਨੋ ਕਿ ਕਿਸੇ ਨੂੰ ਇੱਕੋ ਵਾਰੀ ਵੱਡਾ ਥੈਲਾ ਭਰਿਆ ਲੱਭ ਜਾਵੇ। ਇਸ ਤਰ੍ਹਾਂ ਜਿੱਤੇ ਨੂੰ ਸਾਰਾ ਸੁੱਖ ਅੰਦਰਲਾ ਬਾਹਰਲਾ ਪ੍ਰਾਪਤ ਹੋ ਗਿਆ ਸੀ। ਸੇਵਾ ਕਰਨ ਲੱਗਿਓ ਯੁਤ ਪ੍ਰੀਤੀ, ਨਾਲ ਪ੍ਰੀਤੀ ਦੇ ਮਹਾਰਾਜ ਜੀ ਦੀ ਸੇਵਾ ਕਰਨ ਲੱਗਾ। ਫੇਰ ਤਾਂ ਰਹਿ ਕਰਕੇ ਪਾਸ ਬੇਮੁਖਤਾ ਨਗਰੀ ਉਰ ਬੀਤੀ, ਜਿਹੜੀ ਇਹਦੇ ਵਿੱਚ ਕੋਈ ਮਾੜਾ ਮੋਟਾ ਖਾਂਦਾ ਪੀਂਦਾ ਸੀ ਜਾਂ ਕੋਈ ਬੇਮੁਖਤਾਈ ਸਾਰੀ ਉਹ ਇਹਦੀ ਦੂਰ ਹੋ ਗਈ। ਅਜੇ ਵੀ ਚੀਕਾਂ ਜੀਆਂ ਮਾਰੀ ਜਾਂਦਾ। ਇਸ ਤਰ੍ਹਾਂ ਨਾਲ ਉਹ ਸਾਰੀ ਬੇਮੁਖਤਾਈ ਇਹਦੀ ਦੂਰ ਹੋ ਗਈ ਹੈ। ਕਿਤਕ ਦਿਵਸ ਇਸ ਭਾਂਤ ਬਿਤਾਏ, ਇਸ ਤਰ੍ਹਾਂ ਕਿੰਨੇ ਕੁ ਦਿਨ ਇਹਨੇ ਸੇਵਾ ਕੀਤੀ, ਮਹਾਰਾਜ ਜੀ ਦੇ ਕੋਲ ਰਹਿਣਾ ਕੀਤਾ ਹੈ। ਸਿੱਖੀ ਮਗ ਮਹਿ ਬਹੁ ਨਰ ਪਾਏ, ਬੜੇ ਲੋਕਾਂ ਨੇ ਆ ਕੇ ਇੱਥੇ ਵਟਾਲੇ ਮਹਾਰਾਜ ਜੀ ਤੋਂ ਅਜਿੱਤੇ ਰੰਧਾਵੇ ਦੇ ਖੂਹ ਤੇ ਸਿੱਖੀ ਦਾ ਦਾਨ ਲਿਆ। ਬੜੇ ਲੋਕ ਜਿਹੜੇ ਸਿੱਖ ਸੱਜ ਗਏ ਹਨ। ਇੱਕ ਦਿਨ ਸਾਸ ਸਸੁਰ ਗੁਰ ਕੇਰੇ, ਇੱਕ ਦਿਨ ਫੇਰ ਕਹਿੰਦੇ ਕਿੰਨੇ ਕੁ ਦਿਨਾਂ ਤੇ ਬਾਅਦ ਸੱਸ ਤੇ ਸਹੁਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋਵੇਂ ਹੀ ਆਏ ਨਿਕਟ ਕ੍ਰੋਧ ਕੇ ਪ੍ਰੇਰੇ, ਬੜੇ ਗੁੱਸੇ ਦੇ ਵਿੱਚ ਕ੍ਰੋਧ ਦੇ ਪ੍ਰੇਰੇ ਹੋਏ। ਚੱਲ ਕੇ ਫੇਰ ਆ ਗਏ। ਗੁੱਸਾ ਬੜਾ ਆਇਆ ਦੋਨਾਂ ਨੂੰ ਗੁਰੂ ਸਾਹਿਬ ਜੀ ਦੇ ਉੱਪਰ, ਸੱਸ ਤੇ ਸਹੁਰੇ ਨੂੰ। ਦੋਵੇਂ ਫੇਰ ਭਰੇ ਪੀਤੇ ਲਾਲ ਪੀਲੇ ਹੋ ਕੇ ਆ ਗਏ ਹਨ। ਸੰਗ ਸੁਲੱਖਣੀ ਚੱਲ ਕਰ ਆਈ, ਮਹਾਰਾਜ ਜੀ ਦੇ ਘਰੋਂ ਬੀਬੀ ਜੀ ਮਾਤਾ ਜੀ ਵੀ ਚੱਲ ਕੇ ਨਾਲ ਆਏ। ਮਾਤਾ ਸੁਲੱਖਣੀ ਜੀ ਵੀ ਉਹਨਾਂ ਦੇ ਨਾਲ ਗੁੱਸੇ ਦੇ ਵਿੱਚ ਕਹਿੰਦੇ ਚੱਲ ਕੇ ਆਏ। ਤਿੰਨੇ ਜਾਣੇ ਗੁੱਸੇ ਦੇ ਵਿੱਚ ਚੱਲ ਕਰਕੇ ਆਏ ਹਨ ਕਿ ਅੱਜ ਗੱਲ ਜਿਹੜੀ ਨਵੇੜ ਲੈਣੀ ਹੈ, ਅੱਜ ਗੱਲ ਹੈ ਜਿਹੜੀ ਨਵੇੜ ਦੇਣੀ ਹੈ। ਇਸ ਤਰ੍ਹਾਂ ਨਾਲ ਗੁੱਸੇ ਦੇ ਵਿੱਚ ਚੱਲ ਕੇ ਆ ਗਏ ਆ। ਪਾਸ ਬੈਠ ਕਰ ਸਾਸ ਲਾਈ, ਸਤਿਗੁਰੂ ਸਾਹਿਬ ਜੀ ਦੇ ਕੋਲ ਆਉਣ ਸਾਰ ਬਹਿੰਦਿਆਂ ਜਿਹੜੀ ਸੱਸ ਹੈ ਮਹਾਰਾਜ ਜੀ ਦੀ, ਚੰਦਰਵਰਤੀ ਚੰਦੋ ਜੀ, ਇਹਨਾਂ ਨੇ ਕਹਿੰਦੇ ਵਚਨ ਕੀਤਾ। ਸੁਣਤੋ ਵੇ ਤੂੰ ਰਹਿਓ ਕੁਰਾਹੀ, ਵਚਨ ਇਹੀ ਕੀਤਾ ਕਿ ਸੁਣ ਲਾ ਤੂੰ ਕੰਨਾਂ ਦੇ ਵਿੱਚ, ਤੂੰ ਹੁਣ ਕਰਾਈਆ ਹੀ ਬਣਿਆ ਰਹਿਣਾ। ਸਾਰੀ ਉਮਰ ਜਿਹੜੀ ਤੂੰ ਇਸੇ ਤਰ੍ਹਾਂ ਬਤੀਤ ਕਰ ਦੇਣੀ ਹੈ। ਸੱਸ ਨੇ ਇਹ ਵਚਨ ਆਖਿਆ ਗੁਰੂ ਨਾਨਕ ਦੇਵ ਨੇ, ਸੁਣ ਤੋ ਵੇ ਤੂੰ ਕਰਿਓ ਰਹਿਓ ਕੁਰਾਹੀ। ਇਹ ਕੁਰਾਹ ਹੁਣ ਤੂੰ ਛੱਡ ਦੇ ਕਹਿਣ ਲੱਗੀ। ਉਹਨੂੰ ਕੁਰਾਹ ਜਾਪਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਾਹ ਹੈ ਜਿਹੜਾ, ਉਹਨੂੰ ਕੁਰਾਹ ਜਾਪਦਾ ਹੈ। ਕਹਿੰਦੀ ਕੁਰਾਹ ਨੂੰ ਛੱਡ ਦੇ ਹੁਣ ਤੋਂ, ਇਸ ਤਰ੍ਹਾਂ ਹੀ ਕੁਰਾਹ ਦੇ ਵਿੱਚ ਰਹਿਣਾ ਹੈ। ਸਦਾ ਹਮਾਰੀ ਛਾਤੀ ਦਾਹੀ, ਤੇ ਸਦਾ ਹੀ ਇਹ ਤੇਰੇ ਕੁਰਾਹੇ ਪੈਣ ਦੇ ਕਾਰਨ ਸਾਡੇ ਅੰਦਰ ਦੁੱਖ ਬਣਿਆ ਰਹਿੰਦਾ। ਸਾਡਾ ਹਿਰਦਾ ਸੜਦਾ ਰਹਿੰਦਾ, ਛਾਤੀ ਮੱਚਦੀ ਰਹਿੰਦੀ ਹੈ ਤੇਰੇ ਆ ਢੰਗ ਦੇਖ ਕਰਕੇ ਫਕੀਰਾਂ ਵਾਲੇ। ਪੁੱਤਰਨ ਬੰਤਾ ਤਜ ਪਰਵਾਰਾ, ਇਹ ਸੱਸ ਕਹਿੰਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਨਾ ਤੂੰ ਆਪਦੇ ਪੁੱਤਰਾਂ ਨੂੰ, ਨਾ ਤੂੰ ਆਪਣੀ ਘਰਵਾਲੀ ਨੂੰ, ਪਰਿਵਾਰ ਨੂੰ ਕਿਸੇ ਪ੍ਰਕਾਰ ਵੀ ਫਿਰਿਓ ਪਰਦੇਸ਼ਨ ਦਵਾਰਨ ਦਵਾਰਾ, ਸੰਭਾਲਿਆ ਹੀ ਨਹੀਂ ਆ ਕੇ ਛੱਡ ਕਰਕੇ। ਦੁਆਰਾਂ ਦੁਆਰਾਂ ਤੇ ਫਿਰਦਾ ਹੈ, ਕਦੇ ਕਿਤੇ ਜਾਂਦਾ ਹੈ, ਕਦੇ ਕਿਤੇ ਜਾਂਦਾ ਹੈ। ਕੋ ਕਾਰਜ ਤੇ ਹਾਸਲ ਕੀਨਾ, ਦੱਸ ਨਾਨਕ ਤੂੰ ਕਿਹੜਾ ਮਨੋਰਥ ਹਾਸਲ ਕੀਤਾ? ਇਹ ਵਿਆਹ ਕਰਾ ਕੇ ਤੂੰ ਪੂਰੀ ਪਾਤੀ, ਕਿਹੜਾ ਮਨੋਰਥ ਹਾਸਲ ਕੀਤਾ? ਇਸ ਤਰ੍ਹਾਂ ਬੋਲੀ ਐ। ਆਪਣੋ ਦਰਬ ਲੁਟਾਏ ਸੋ ਦੀਨਾ, ਜਿਹੜੇ 4 ਰੁਪਈਏ ਸੀ ਤੇਰੇ ਕੋਲੋਂ ਵੀ ਸਾਰੇ ਲੁਟਾ ਦਿੱਤੇ। ਜੇ ਮੋਦੀ ਖਾਨੇ ਤੇ ਲੱਗਾ ਉੱਥੇ ਵੀ ਕੱਖ ਤੂੰ ਜੋੜਿਆ ਨਹੀਂ, ਸਾਰਾ ਕੁਝ ਲੋਕਾਂ ਨੂੰ ਵੰਡ ਦਿੱਤਾ। ਇਸ ਤਰ੍ਹਾਂ ਕਹਿੰਦੀ ਹੈ। ਜਗ ਕੀ ਲਾਜ ਤਜੀ ਇੱਕ ਵਾਰੀ, ਤੇ ਸੰਸਾਰ ਦੀ ਸਾਰੀ ਲਾਜ ਸ਼ਰਮ ਜਿਹੜੀ ਤੂੰ ਤਿਆਗ ਦਿੱਤੀ, ਇੱਕੋ ਵਾਰੀ ਲਾ ਦਿੱਤੀ ਆ। ਹਮਕੋ ਸਭ ਮੈਂ ਕੀਨ ਖੁਆਰੀ, ਤੇ ਸਾਡੀ ਇੰਨੀ ਬੇਇੱਜ਼ਤੀ ਹੁੰਦੀ ਆ ਸ਼ਰੀਕਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ। ਨਿੱਤ ਅਸੀਂ ਜਿਹੜਾ ਖੁਆਰ ਔਖੇ ਹੁੰਦੇ ਆ। ਨਰਕ ਹੈ ਹਮਕੇ ਕੋ ਜੋ ਜਮਾਤਾ, ਜਦੋਂ ਲੋਕ ਸਾਨੂੰ ਕਹਿੰਦੇ ਆ ਨਾ ਕਿ ਫਲਾਣੇ ਦਾ ਜਵਾਈ ਇਸ ਤਰ੍ਹਾਂ ਹੈ, ਫਕੀਰ ਹੋਇਆ ਫਿਰਦਾ ਹੈ। ਕਿਉਂ ਫਕੀਰ ਤਜੇ ਤਹਿ ਤਾਤਾ, ਭਇਓ ਫਕੀਰ ਤਜੇ ਤੀਏ ਤਾਤਾ। ਕਹਿੰਦੇ ਲੋਕ ਕਹਿੰਦੇ ਘਰ ਵਾਲੀ ਨੂੰ ਛੱਡ ਗਿਆ, ਆਪਦੇ ਜਵਾਕਾਂ ਨੂੰ ਛੱਡ ਗਿਆ, ਸੰਭਾਲ ਕੋਈ ਨਹੀਂ, ਛੱਡ ਕਰਕੇ ਫਕੀਰ ਹੋਇਆ ਫਿਰਦਾ। ਇਸ ਤਰ੍ਹਾਂ ਕਹਿੰਦੇ ਆ ਤਾਂ ਫਿਰ ਸਾਨੂੰ ਸਹਾਰਨਾ ਜਿਹੜਾ ਬੜਾ ਔਖਾ ਹੁੰਦਾ ਹੈ। ਸ੍ਰੀ ਨਾਨਕ ਤੂਸ਼ਣ ਹਵੈ ਵੈਸੇ, ਗੁਰੂ ਨਾਨਕ ਦੇਵ ਮਹਾਰਾਜ ਚੁੱਪ ਕਰਕੇ ਬੈਠੇ, ਕੋਈ ਜਵਾਬ ਨਹੀਂ ਦਿੱਤਾ। ਸਨਮੁਖ ਬਚਨ
ਭਨਿਓ ਨਹਿ ਕੈਸੇ। ਕਿਸੇ ਪ੍ਰਕਾਰ ਵੀ ਅੱਗੋਂ ਮੋੜਵਾਂ ਜਵਾਬ ਨਹੀਂ ਦਿੱਤਾ, ਮੋੜਵਾਂ ਬਚਨ ਨਹੀਂ ਆਖਿਆ। ਸੁਣੀ ਅਜੀਤੇ ਜਬ ਅਸਗਤ। ਹੁਣ ਜਿੱਤੇ ਰੰਧਾਵੇ ਨੂੰ ਪਤਾ ਲੱਗਾ ਇਸ ਗੱਲ ਦਾ ਸਾਰੀ ਦਾ ਕਿ ਫੇਰ ਚਲੇ ਗਏ ਆ ਮਹਾਰਾਜ ਜੀ ਦੇ ਨਾਲ ਤੂੰ ਮੈਂ ਕਰਨ ਵਾਸਤੇ। ਸੱਸ ਸਹੁਰਾ ਤੇ ਘਰ ਵਾਲੀ ਭੈਣ ਸਾਡੀ ਨਾਲ ਉਹ ਵੀ ਮਹਾਰਾਜ ਨੂੰ ਜਾ ਕਰਕੇ ਬੋਲ ਕਬੋਲ ਬੋਲ ਰਹੇ ਹਨ। ਮੂਲਾ ਲੜਤ ਗੁਰੂ ਕੇ ਸਾਥ। ਮਹਾਰਾਜ ਜੀ ਦਾ ਸਹੁਰਾ ਮੂਲਾ ਲੜ ਰਿਹਾ, ਜਿੱਤੇ ਨੂੰ ਪਤਾ ਲੱਗਾ ਮਹਾਰਾਜ ਜੀ ਦੇ ਨਾਲ ਬੋਲ ਰਿਹਾ ਹੈ। ਦੌਰਿਓ ਕਰਤੇ ਤੂਰਨ ਆਵਾ। ਅਜਿੱਤਾ ਰੰਧਾਵਾ ਉਸੇ ਵੇਲੇ ਆਪਦੀ ਖੂੰਡੀ ਚੱਕ ਕੇ ਘਰ ਦੇ ਵਿੱਚੋਂ ਭੱਜਿਆ ਹੀ ਆਇਆ ਮਹਾਰਾਜ ਜੀ ਦੀ ਤਰਫ ਨੂੰ। 300 ਅਸਬਿਦ ਬਚਨ ਅਲਾਵਾ। ਤੇ ਅਜਿੱਤੇ ਰੰਧਾਵੇ ਨੇ ਆਉਂਦਿਆਂ ਹੀ ਉਹਨਾਂ ਨੂੰ ਸੁਣਾ ਕਰਕੇ ਇਸ ਤਰ੍ਹਾਂ ਆਖਿਆ। ਉੱਚੇ ਕਹਿ ਕਿਉਂ ਸੀਸ ਕਪਾਵਤ। ਕਹਿੰਦਾ ਉੱਚੀ ਉੱਚੀ ਬੋਲ ਕੇ ਤੁਸੀਂ ਸਿਰ ਖਪਾਈ ਕਿਉਂ ਕਰਦੇ ਹੋ? ਕਾਹਤੋਂ ਸਿਰ ਖਪਾਈ ਕਰਦੇ ਹੋ ਉੱਚੀ ਉੱਚੀ ਰੌਲਾ ਪਾ ਕੇ? ਕਿਉਂ ਤੁਮ ਦੁਖੀ ਹੋਏ ਪਛਤਾਵਤ। ਕੀ ਦੁੱਖ ਹੈ ਤੁਹਾਨੂੰ? ਕਿਉਂ ਤੁਮ ਦੁਖੀ ਹੋਏ ਪਛਤਾਵਤ। ਦੁਖੀ ਹੋ ਕੇ ਝੂਰ ਕੇ ਸੜ ਕੁੜ ਕੇ ਐ ਕਿਉਂ ਤੁਸੀਂ ਰੌਲਾ ਪਾਉਂਦੇ ਹੋ? ਮਹਾਂਪੁਰਖ ਔਰ ਮਤੋ ਉਚੇਰਾ। ਇਹ ਤਾਂ ਮਹਾਂਪੁਰਖ ਨੇ, ਇਹਨਾਂ ਦਾ ਤਾਂ ਮਤ ਜਿਹੜਾ ਉੱਚਾ ਹੈ। ਤੁਸੀਂ ਕਾਹਨੂੰ ਖਪਦੇ ਹੋ? ਐ ਕਾਹਨੂੰ ਇਹ ਰੌਲਾ ਪਾਉਂਦੇ ਹੋ ਇੱਥੇ ਆ ਕਰਕੇ? ਇਹ ਤਾਂ ਮਹਾਂਪੁਰਖ ਨੇ, ਇਹਨਾਂ ਦਾ ਤਾਂ ਜਿਹੜਾ ਮਤੋ ਉਚੇਰਾ, ਮਤ ਇਹਨਾਂ ਦੀ ਜਿਹੜੀ ਆਪਣੇ ਨਾਲੋਂ। ਅਜਿੱਤਾ ਕਹਿੰਦਾ ਕਿ ਬਾਬਾ ਜੀ ਆਪਣੇ ਨਾਲੋਂ ਇਹਨਾਂ ਦੀ ਮੱਤ ਉੱਚੀ ਹੈ, ਤੁਸੀਂ ਸਿਰ ਨਾ ਖਪਾਓ ਇਹਨਾਂ ਦੇ ਨਾਲ। ਭੇਦ ਨਾ ਜਾਣ ਸਕੋ ਇਨ ਕੇਰਾ। ਤੁਸੀਂ ਪਰਿਵਾਰਕ ਬਿਰਤੀ ਦੇ ਵਿੱਚ ਫਿਰ ਰਹੇ ਹੋ, ਤੁਸੀਂ ਇਹਨਾਂ ਦਾ ਭੇਦ ਨਹੀਂ ਜਾਣ ਸਕਦੇ। ਬਿਨਾ ਹੇਤ ਤੇ ਆਨ ਅਕਾਵਤ। ਬਿਨਾ ਕਿਸੇ ਕਾਰਨ ਤੋਂ, ਹੇਤ ਨਾਮ ਕਾਰਨ ਦਾ, ਬਿਨਾ ਕਿਸੇ ਕਾਰਨ ਤੋਂ ਆ ਕੇ ਇਹਨਾਂ ਨੂੰ ਅਕਾਉਣ ਲੱਗ ਜਾਂਦੇ ਹੋ, ਤੁਸੀਂ ਬੋਲਣ ਲੱਗ ਜਾਂਦੇ ਹੋ। ਇਹ ਨੇ ਤੁਮ ਕੋ ਕੁਛ ਦੁਖਾਵਤ। ਇਹਨਾਂ ਨੇ ਤਾਂ ਤੁਹਾਨੂੰ ਕੋਈ ਦੁੱਖ ਨਹੀਂ ਦਿੱਤਾ, ਕੋਈ ਤੁਹਾਨੂੰ ਜਾ ਕੇ ਨਹੀਂ ਕਿਹਾ, ਕੋਈ ਤੁਹਾਡੇ ਕੋਲ ਚੀਜ਼ ਨਹੀਂ ਮੰਗੀ ਹੈ। ਨਹੀਂ ਵਿਗਾੜਤ ਕਾਰਜ ਰਾਈ। ਫਿਰ ਕੋਈ ਇਹ ਤੁਹਾਡਾ ਕੰਮ ਵੀ ਨਹੀਂ ਵਿਗਾੜਦੇ, ਬਈ ਕੋਈ ਤੁਹਾਡਾ ਘਾਟਾ ਪਵਾਤਾ ਹੋਵੇ, ਕੋਈ ਤੁਹਾਡਾ ਕੰਮ ਵਿਗਾੜਤਾ ਹੋਵੇ, ਕੋਈ ਤੁਹਾਡੇ ਕੋਲੋਂ ਚੀਜ਼ ਮੰਗੀ ਹੋਵੇ। ਇਹਨਾਂ ਨੇ ਤਾਂ ਕੋਈ ਕਿਸੇ ਦਾ ਵਿਗਾੜਿਆ ਨਹੀਂ ਹੈ। ਤੁਸੀਂ ਐ ਉੱਚੀ ਉੱਚੀ ਬੋਲ ਰਹੇ ਹੋ ਇਹਨਾਂ ਨੂੰ ਜਿਵੇਂ ਇਹਨਾਂ ਨੇ ਘਰ ਨੂੰ ਅੱਗ ਲਾਤੀ ਹੋਵੇ। ਤੁਹਾਡਾ ਤਾਂ ਨਹੀਂ ਚੱਕ ਕੇ ਦੇਤਾ, ਜੇ ਕਿਸੇ ਨੂੰ ਦਾਨ ਕਰਤਾ ਦੇਤਾ, ਆਪ ਕਮਾ ਕੇ ਦੇਤਾ, ਤੁਹਾਡਾ ਤਾਂ ਨਹੀਂ ਚੱਕ ਕੇ ਦੇਤਾ। ਤਾਂ ਇਸ ਤਰ੍ਹਾਂ ਨਾਲ ਅਜਿੱਤੇ ਨੇ ਜਿਹੜਾ ਇਹਨਾਂ ਨੂੰ ਕਹਿਣਾ ਕੀਤਾ। ਕਛੂ ਨਾ ਜਾਚਤ ਤੁਮ ਟਿਕ ਜਾਈ। ਤੁਹਾਡੇ ਕੋਲੋਂ ਜਾ ਕੇ ਕਦੇ ਇਹਨਾਂ ਨੇ ਮੰਗਿਆ ਨਹੀਂ ਵੀ ਮੈਨੂੰ ਇੰਨੇ 1000 ਰੁਪਈਆ ਦਿਓ। ਕਹੋ ਕਠੋਰ ਗਿਰਾ ਦੁਖਦਾਈ। ਤੇ ਫਿਰ ਵੀ ਤੁਸੀਂ ਜਿਹੜਾ ਪੰਜੀ ਤੁਹਾਡੇ ਤੋਂ ਲਈ ਨਹੀਂ, ਪੰਜੀ ਤੁਹਾਡੀ ਗਵਾਈ ਨਹੀਂ, ਤੇ ਫਿਰ ਵੀ ਤੁਸੀਂ ਜਿਹੜਾ ਇਹਨਾਂ ਨੂੰ ਦੁੱਖ ਦੇਣ ਵਾਲੇ ਕਠੋਰ ਵਚਨ ਬੋਲ ਕੇ ਤੇ ਆਪਦਾ ਹਿਰਦਾ ਸਾੜਦੇ ਹੋ, ਆਪਦੇ ਦੁੱਖਾਂ 'ਚ ਵਾਧਾ ਕਰਦੇ ਹੋ। ਨਾਹਕ ਰੋਸ ਕਰੋ ਅਪਲਾਈ। ਐਵੇਂ ਵਿਆਕੁਲ ਹੋ ਕੇ ਆ ਕੇ ਰੋਜ਼ ਇਹਨਾਂ ਦੇ ਕੋਲ ਰੋਸ ਕਰਨ ਲੱਗ ਜਾਂਦੇ ਹੋ, ਆਪਦੇ ਤਾਨੇ ਮਿਹਣੇ ਮਾਰਨ ਲੱਗ ਜਾਂਦੇ ਹੋ। ਭਇਓ ਫਕੀਰ ਬਿਰਖਤ ਮਨ ਮਾਹੀ। ਇਹ ਤਾਂ ਤਿਆਗੀ ਹੋ ਗਏ ਨੇ ਫਕੀਰ ਮਹਾਂਪੁਰਖ, ਇਹਨਾਂ ਦੇ ਮਨ 'ਚ ਤਾਂ ਪ੍ਰਮਾਤਮਾ ਦਾ ਨਿਵਾਸ ਹੈ। ਅਬ ਤੁਮ ਕਾਜ ਰਹਿਓ ਕੋ ਨਹੀਂ। ਹੁਣ ਤੁਹਾਡੇ ਨਾਲ ਇਹਨਾਂ ਦਾ ਕੋਈ ਕੰਮ ਨਹੀਂ ਹੈ। ਤੁਹਾਡਾ ਇਹਨਾਂ ਨਾਲ ਕੀ ਕੰਮ ਹੈ? ਇਹਨਾਂ ਦਾ ਤੁਹਾਡੇ ਨਾਲ ਕੀ ਕੰਮ ਹੈ? ਕੀ ਲੈਣਾ ਦੇਣਾ? ਕੁਛ ਵੀ ਨਹੀਂ ਰਿਹਾ ਹੈ। ਕਰ ਸੰਤੋਖ ਸਦਨ ਨਿਜ ਬੈਸੋ। ਇਸ ਕਰਕੇ ਮੂਲ ਚੰਦ ਜੀ ਕਹਿੰਦੇ ਬਾਬਾ ਜੀ ਜਾ ਕੇ ਤੁਸੀਂ ਘਰੇ ਬੈਠੋ, ਚੁੱਪ ਕਰਕੇ ਆਪਦਾ ਘਰੇ ਬੈਠੋ। ਰੱਬ ਦਾ ਸਭ ਕੁਝ ਦਿੱਤਾ ਹੋਇਆ, ਸਭ ਕੁਝ ਤੁਹਾਡੇ ਕੋਲ ਹੈ। ਪਟਵਾਰੀ ਹੋ, ਇੰਨੀ ਜ਼ਮੀਨ ਹੈ, ਇੰਨਾ ਹੋਰ ਹੈ, ਤੇ ਜਾ ਕੇ ਤੁਸੀਂ ਐਵੇਂ ਨਾ ਇੱਥੇ ਆ ਕੇ ਬੋਲਿਆ ਕਰੋ। ਤੇ ਚੁੱਪ ਕਰਕੇ ਤੁਸੀਂ ਸੰਤੋਖ ਧਾਰਨ ਕਰਕੇ ਤੇ ਜਿਹੜਾ ਬੈਠਣਾ ਕਰੋ। ਮੁਕਤੇ ਬਚਨ ਕਹੋ ਨੇ ਕੈਸੋ। ਕਿਸੇ ਪ੍ਰਕਾਰ ਵੀ ਇੱਥੇ ਆ ਕੇ ਇਹਨਾਂ ਨੂੰ ਵਚਨ ਨਾ ਬੋਲੋ। ਮੂਲਾ ਬੋਲਿਓ ਮੂਲਾ ਤੁਮ ਹੋ ਸਿਆਣੇ। ਮੂਲ ਚੰਦ ਨੇ ਜਵਾਬ ਦਿੱਤਾ। ਹੁਣ ਇਹ ਤਾਂ ਜਿੱਤੇ ਨੇ ਕਿਹਾ ਨਾ, ਆ ਸੰਕੇਤਕ ਚਿੰਨ੍ਹ ਲੱਗੇ ਹੋਏ ਆ ਸਾਰੇ, ਕਿਹੜਾ ਬੋਲਦਾ ਉਦੋਂ ਪਤਾ ਲੱਗ ਜਾਂਦਾ ਵੀ ਆ ਹੁਣ ਆ ਬੋਲਿਆ। ਤਾਂ ਮੂਲ ਚੰਦ ਜੀ ਨੇ ਅੱਗੋਂ ਆਖਿਆ, ਕਹਿਣ ਲੱਗੇ ਕਿ ਤੁਸੀਂ ਤਾਂ ਚੌਧਰੀ ਜੀ ਸਿਆਣੇ ਹੋ। ਸੁਨੋ ਚੌਧਰੀ ਸਭ ਵਿਦ ਜਾਣੇ। ਸਾਰੇ ਪ੍ਰਕਾਰ ਨਾਲ ਤੁਸੀਂ ਤਾਂ ਜਾਣਦੇ ਹੋ ਸਾਡੀ ਸਾਰੀ ਹਾਲਤ ਨੂੰ। ਪ੍ਰਥਮੇ ਇਸ ਟਿਕ ਦਰਬ ਧਨੇਰਾ। ਫੇਰ ਤੁਹਾਨੂੰ ਪਤਾ ਚੌਧਰੀ ਸਾਹਿਬ ਇਹਨਾਂ ਕੋਲ ਕਿੰਨੀ ਮਾਇਆ ਸੀ ਪਹਿਲਾਂ, ਕਿੰਨੀ ਇਹਨਾਂ ਨੇ ਮਾਇਆ, ਜਿਹੜਾ ਨੌਕਰੀ ਵੀ ਕੀਤੀ ਤੇ ਹੋਰ ਵੀ ਘਰ ਦਾ ਲਗਾ ਤੁਗਾ ਕਿੰਨਾ ਸੀਗਾ ਇਹਨਾਂ ਦੇ ਪਿਤਾ ਦਾ। ਦਿਓ ਲੁਟਾਏ ਸਰਬ ਬਿਨ ਦੇਰਾ। ਤੇ ਸਾਰਾ ਇਹਨਾਂ ਨੇ ਚੱਕ ਚੱਕ ਕੇ ਫਕੀਰਾਂ 'ਚ ਵੰਡ ਦਿੱਤਾ। ਸਾਰਾ ਕੁਝ ਵੀ ਆਪਦੇ ਕੋਲ ਇਹਨਾਂ ਨੇ ਨਾ ਘਰ ਬਣਾਇਆ ਨਾ
ਪਰਿਵਾਰ ਨੂੰ ਕਿੱਥੋਂ ਪ੍ਰਾਪਤੀ ਹੋਊਗੀ? ਇਹ ਗੱਲ ਦੀ ਤੁਸੀਂ ਵਿਚਾਰ ਨਹੀਂ ਕੀਤੀ। ਇਹ ਮੂਲ ਚੰਦ ਜੀ ਕਹਿਣ ਲੱਗੇ ਸਾਰਾ ਧਨ ਲਟਾ ਦਿੱਤਾ, ਕੋਲ ਜਮਾਂ ਕੋਈ ਮਾਇਆ ਨਹੀਂ ਰੱਖੀ, ਇੰਨੀ ਵਿਚਾਰ ਹੀ ਨਹੀਂ ਕੀਤੀ ਕੋਈ ਮੇਰੇ ਜਵਾਕ ਕਿੱਥੋਂ ਖਾਣਗੇ, ਮੇਰੇ ਘਰ ਵਾਲੀ ਕਿੱਥੋਂ ਖਾਊਗੀ, ਸਾਡੇ ਖਰਚੇ ਕਿੱਥੋਂ ਚੱਲਣਗੇ। ਸਭ ਵਿਵਹਾਰ ਦਰਬ ਤੇ ਹੋਈ। ਕਿਉਂਕਿ ਚੌਧਰੀ ਜੀ ਤੁਸੀਂ ਸਿਆਣੇ ਹੋ, ਸੰਸਾਰ ਦਾ ਸਾਰਾ ਵਿਹਾਰ ਮਾਇਆ ਨਾਲ ਹੀ ਚੱਲਦਾ ਹੈ, ਮਾਇਆ ਨਾਲ ਹੀ ਸਭ ਕੁਝ ਆਉਣਾ ਹੈ, ਮਾਇਆ ਨਾਲ ਹੀ ਸਭ ਕੁਝ ਮਿਲਣਾ ਹੈ। ਸੋ ਇਨ ਦੀਨ ਅਕਾਰਤ ਕੋਈ। ਤੇ ਉਹ ਮਾਇਆ ਜਿਹੜੀ ਸਾਰੀ ਇਹਨਾਂ ਨੇ ਐਵੇਂ ਹੀ ਬਰਬਾਦ ਕਰ ਦਿੱਤੀ ਆ, ਸਾਰੀ ਗਵਾ ਦਿੱਤੀ ਆ, ਕੋਈ ਵੀ ਸੰਪਤੀ ਜਮਾ ਨਹੀਂ ਰੱਖੀ ਆਪਦੇ ਕੋਲ। ਬਹੁਰੋ ਤਜੀ ਜਗਤ ਕੀ ਲਾਜਾ। ਫਿਰ ਇਹਨਾਂ ਨੇ ਜਗਤ ਦੀ ਲਾਜ ਸ਼ਰਮ ਵੀ ਤਿਆਗੀ ਹੋਈ ਹੈ। ਦੇਖੋ ਕਿਵੇਂ ਫਿਰ ਰਹੇ ਹਨ। ਵੇਖ ਫਕੀਰੀ ਤਨ ਮੈਂ ਸਾਜਾ। ਤੇ ਫਿਰ ਫਕੀਰਾਂ ਵਾਲਾ ਭੇਸ ਧਾਰਨ ਕਰ ਲਿਆ। ਇਹਨੇ ਕੋਈ ਵੀ ਲਾਜ ਨਹੀਂ ਰੱਖੀ ਸਾਡੀ, ਸੰਸਾਰ ਦੀ, ਸਾਡੇ ਵੱਡੇ ਪੰਨ ਦੀ, ਸਾਡੇ ਪਟਵਾਰੀ ਪੁਣੇ ਦੀ, ਤੇ ਸਾਰਾ ਜਿਹੜਾ ਫਕੀਰਾਂ ਚ ਲਟਾ ਕੇ ਤੇ ਫਕੀਰ ਬਣ ਗਏ ਹਨ। ਪਰਦੇਸ਼ਨ ਗਮਨਿਓ ਬਹੁ ਕਾਲਾ। ਤੇ ਹੁਣ ਇੰਨੇ ਸਾਲ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਇਹਨਾਂ ਨੇ ਦੱਸੋ ਚੌਧਰੀ ਜੀ ਕੀ ਖੱਟਿਆ? ਸਾਨੂੰ ਤਾਂ ਦਿਖਦਾ ਨਹੀਂ ਕੁਛ, ਖੱਟ ਕੇ ਲਿਆਏ। ਕੋਈ ਇਹਨਾਂ ਕੋਲ ਮਾਲ ਮੱਤੇ ਨੂੰ ਦੇਖ ਰਹੇ ਆ, ਸਹੁਰੇ ਵੀ ਮਾਲ ਮੱਤੇ ਨੂੰ ਦੇਖਣਾ। ਕਹਿੰਦੇ ਪਰਦੇਸ਼ਨ ਗਮਨਿਓ ਬਹੁ ਕਾਲਾ, ਬੜੇ ਸਾਲਾਂ ਦੇ ਵਿੱਚ ਪ੍ਰਦੇਸ਼ਾਂ ਦਾ ਰਟਨ ਕਰਦਾ ਰਿਹਾ, ਪਰ ਕਦੇ ਕੋਈ ਚੀਜ਼ ਪ੍ਰਾਪਤ ਕਰਕੇ ਨਹੀਂ ਭੇਜੀ ਹੈ। ਅਬ ਆਇਓ ਨਿਜ ਤਜਤ ਨਾ ਚਾਲਾ। ਤੇ ਹੁਣ ਇੰਨੇ ਸਾਲਾਂ ਬਾਅਦ ਆ ਗਿਆ ਤੇ ਅਜੇ ਵੀ ਆਪਦੀ ਜਿਹੜੀ ਚਾਲ ਹੈ ਨਾ ਉਹ ਛੱਡਦਾ ਨਹੀਂ ਹੈ, ਫਕੀਰਾਂ ਦਾ ਖਹਿੜਾ ਨਹੀਂ ਛੱਡਦਾ। ਬੈਠ ਸਮੀਪ ਦਹਿਤ ਨਿਤ ਛਾਤੀ। ਤੇ ਹੁਣ ਚੌਧਰੀ ਜੀ ਸਭ ਤੋਂ ਦੁਖਦਾਈ ਗੱਲ ਇਹ ਹੈ ਵੀ ਤੁਹਾਡੇ ਖੇਤ ਚ ਆ ਕੇ ਸਾਡੇ ਨੇੜੇ ਬਹਿ ਗਿਆ ਤੇ ਸਾਡਾ ਰੋਜ਼ ਮਨ ਜਿਹੜਾ ਉਬਾਲੇ ਖਾਂਦਾ, ਬਹੁਤ ਜ਼ਿਆਦਾ ਸਾਡੇ ਮਨ ਦੇ ਵਿੱਚ ਗੁੱਸਾ ਪੈਦਾ ਹੁੰਦਾ ਇਹਨੂੰ ਨੇੜੇ ਬੈਠਾ ਦੇਖ ਕਰਕੇ। ਇਹ ਤਾਂ ਸਾਡੀ ਜਿਵੇਂ ਕਹਿੰਦੇ ਹਿੱਕ ਤੇ ਮੂੰਗੀ ਦਲਦਾ, ਹਿੱਕ ਤੇ ਮੂੰਗੀ ਦਲਦਾ, ਨਾ ਤਾਂ ਆਪਦੀ ਚਾਲ ਛੱਡਦਾ ਤੇ ਨਾ ਸਿੱਧਾ ਹੋ ਕੇ ਇਹ ਗ੍ਰਸਤੀ ਕੰਮ ਕਰਦਾ ਹੈ, ਤੇ ਦੋਨੇ ਪਾਸੇ ਇਹਨੇ ਸਾਨੂੰ ਖਵਾਰ ਕੀਤਾ ਹੋਇਆ ਹੈ। ਇਸਕੀ ਚਿੰਤ ਹਮੇ ਦਿਨ ਰਾਤੀ। ਸਾਨੂੰ ਦਿਨ ਰਾਤ ਇਹਦੀ ਤੇ ਇਹਦੇ ਪਰਿਵਾਰ ਦੀ ਚਿੰਤਾ ਰਹਿੰਦੀ ਆ ਵੀ ਜਵਾਕਾਂ ਦਾ ਕੀ ਬਣੂ ਤੇ ਇਹਦਾ ਕੀ ਬਣੂਗਾ। ਇਸ ਤਰ੍ਹਾਂ ਕਹਿੰਦੇ ਹਨ। ਜੇ ਸ਼ਰੀਕ ਸਭ ਹਸੀ ਉਚਾਰੇ। ਜਿਹੜੇ ਸ਼ਰੀਕ ਨੇ ਸਾਰੇ ਉਹ ਸਾਨੂੰ ਮਖੌਲ ਕਰਦੇ ਆ, ਅਨੇਕ ਪ੍ਰਕਾਰ ਨਾਲ ਹਾਸ ਵਿਅੰਗ ਕਰਦੇ ਹਨ। ਇਹ ਜਿਹੜੀ ਹਾਲਤ ਦੇਖ ਕਰਕੇ ਕਹਿੰਦੇ ਦੇਖੋ ਇਹਨਾਂ ਦਾ ਇਕਲੌਤਾ ਜਵਾਈ, ਕੁੜੀ ਵੀ ਇੱਥੇ ਛੱਡੀ ਆ, ਜਵਾਕ ਵੀ ਇੱਥੇ ਛੱਡੇ ਆ, ਕਦੇ ਇਹਨਾਂ ਦਾ ਸਾਰ ਨਹੀਂ ਪੁੱਛੀ। ਇਸ ਤਰ੍ਹਾਂ ਲੋਕ ਕਹਿੰਦੇ ਸ਼ਰੀਕ ਨੇ ਜਿਹੜੇ ਸਾਡੇ ਭਾਈ ਤੇ ਹੋਰ ਉਹ ਗੱਲਾਂ ਕਰਦੇ ਆ, ਉਹ ਗੱਲਾਂ ਕਰਨ ਤੋਂ ਸਾਨੂੰ ਬੜਾ ਦੁੱਖ ਹੁੰਦਾ ਹੈ ਸੁਣ ਕਰਕੇ। ਇਹਨੇ ਕਹੇ ਕਿ ਸ਼ੰਕ ਵਿਚਾਰੇ। ਪਰ ਇਹਨੂੰ ਕਿਸੇ ਦੀ ਸ਼ੰਕਾ ਨਹੀਂ ਹੈ, ਇਹਦੇ ਮਨ ਦੇ ਵਿੱਚ ਕੋਈ ਕਿਸੇ ਦੀ ਇਸ ਚੋਭ ਦਾ ਟੋਕ ਦਾ ਜਿਹੜਾ ਅਸਰ ਨਹੀਂ ਹੁੰਦਾ ਕਿ ਲੋਕ ਕੀ ਕਹਿੰਦੇ ਹਨ। ਬਹੁਰ ਜੀਤਾ ਬੋਲਿਓ ਬਾਨੀ। ਇਸ ਤਰ੍ਹਾਂ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਥਾਏ ਆਖਿਆ ਤਾਂ ਅੱਗੋਂ ਅਜਿੱਤੇ ਰੰਧਾਵੇ ਨੇ ਹੀ ਮਹਾਰਾਜ ਜੀ ਦੇ ਸਹੁਰੇ ਨੂੰ ਜਵਾਬ ਦਿੱਤਾ। ਮਹਾਰਾਜ ਨੇ ਤਾਂ ਕੋਈ ਜਵਾਬ ਨਹੀਂ ਦਿੱਤਾ, ਅਜਿੱਤੇ ਰੰਧਾਵੇ ਨੇ ਜਵਾਬ ਦਿੱਤਾ। ਬੜਾ ਲੰਮਾ ਵਿਸਥਾਰਤ ਪ੍ਰਸੰਗ ਹੈ, ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ, ਉਹ ਵਕਤ ਹੋ ਚੁੱਕਿਆ। ਆਓ ਇੱਥੇ ਗੁਰੂ ਸਤੋਤਰ ਪੜ੍ਹੀਏ, ਅਨੇਕਾਂ ਤਰੁੱਟੀਆਂ ਤੋਂ ਖਿਮਾ ਚਾਹੁੰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆਪਾਂ ਸਰਵਣ ਕਰਾਂਗੇ। ਪਰਦੇਸ਼ਨ ਗਮਨਿਓ ਬਹੁ ਕਾਲਾ, ਆਵਾਇਓ ਨਿਜ ਤਜਤ ਨਾ ਚਾਲਾ। ਬੈਠ ਸਮੀਪ ਦਹਿਤ ਨਿਤ ਛਾਤੀ, ਇਸ ਕੀ ਚਿੰਤ ਹਮੇ ਦਿਨ ਰਾਤੀ। ਸਾਧ ਸੰਗਤ ਜੀ ਕੱਲ ਨੂੰ ਪੂਰਨਮਾਸ਼ੀ ਦਾ ਦਿਹਾੜਾ ਹੈ, ਸੋ ਕੱਲ ਨੂੰ ਆਪਾਂ ਸਾਰਾ ਦਿਨ ਖੁੱਲਾ ਦੀਵਾਨ ਸਵੇਰ ਤੋਂ ਲਾ ਇਸ ਵੇਲੇ ਤੱਕ ਸਰਵਣ ਕਰਾਂਗੇ। ਕੱਲ ਨੂੰ ਆਪਾਂ ਹੋਰ ਬੁਲਾਰਿਆਂ ਦਾ ਜਿਹੜਾ ਵਿਖਿਆਨ, ਬੜੇ ਬੜੇ ਬੁਲਾਰੇ ਬੋਲਣੇ ਆ, ਕਥਾ ਕੀਰਤਨ, ਤੇ ਉਹ ਆਪਾਂ ਸਾਰਾ ਦਿਨ ਸਰਵਣ ਕਰਾਂਗੇ। ਤੇ ਫਿਰ ਅਗਲੇ ਦਿਨ ਤੇ ਆਪਾਂ ਇੱਥੋਂ ਹੀ ਵਿਸਰਾਮ ਕੀਤੀ ਕਥਾ ਨੂੰ ਲੜੀਵਾਰ ਸਰਵਣ ਕਰਾਂਗੇ। ਆਓ ਇੱਥੇ ਹੀ ਫਤਿਹ ਬੁਲਾ ਕੇ ਗੁਰੂ ਸਤੋਤਰ ਪੜ੍ਹਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸ਼ੀ ਅਗਨਾਸ, हे पूरन हे सर्व मैं है दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाके सदा विवेक। हे अपरंपर हर हरे है हो गुणहार। हे संत के सदा संग निधारा आधार। हे ठाकुर को
ਦਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ। ਏਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।